ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਤੋਂ ਪੱਤਰਕਾਰ ਟਿੱਪਣੀਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ 408-272-5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ, ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ, ਸੈਲਮਾ, ਰਵਿੰਦਰ ਹਲਵਾਰਾ, ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ, ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ, ਜਿਸ ਦਿਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਬਣੇ ਉਸ ਦਿਨ ਤੁਹਾਡੇ ਵਰਗੇ ਜਿਹੜੇ ਸੂਝਵਾਨ ਲੋਕ ਸੀਗੇ, ਜਿਹੜੇ ਸਿਆਸੀ ਸਰਗਰਮੀਆਂ ਨੂੰ ਦੇਖਦੇ ਰਹਿੰਦੇ ਆ, ਉਹ ਕਹਿੰਦੇ ਕਿ ਪੰਜਾਬ ਦੀ ਗੱਦੀ ਸ਼ੇਰ ਦੀ ਸਵਾਰੀ ਹੈ, ਬਹੁਤ ਔਖਾ ਇਹਦੇ ਉੱਤੇ ਬੈਠਣਾ, ਬੈਠੇ ਰਹਿਣਾ ਜ਼ਰੂਰੀ ਵੀ ਹੈ ਤੇ ਜੇ ਉਤਰ ਗਏ ਤਾਂ ਫਿਰ ਤੁਹਾਨੂੰ ਪਤਾ ਹੀ ਹੈ। SYL ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਦੋਵੇਂ ਰਾਜਾਂ ਦੇ ਮੁੱਖ ਮੰਤਰੀ ਬੈਠੋ ਤੇ ਸਲਾਹ ਕਰੋ। ਭਗਵੰਤ ਮਾਨ ਲਈ ਕਹਿ ਸਕਦੇ ਕਿ ਪ੍ਰੀਖਿਆ ਦੀ ਘੜੀ ਹੈ ਜੀ। ਬਿਲਕੁਲ, ਭਗਵੰਤ ਮਾਨ ਲਈ ਇਹ ਇੱਕ ਬਹੁਤ ਔਖੀ ਪ੍ਰੀਖਿਆ ਦੀ ਘੜੀ ਹੈ ਜੀ। ਇੱਕ ਪਾਸੇ ਉਹਨਾਂ ਦੀ ਪਾਰਟੀ ਹਰਿਆਣਾ 'ਚ ਆਪਣੀ ਸ਼ਾਖ ਬਣਾਉਣਾ ਚਾਹੁੰਦੀ ਹੈ ਤੇ ਚੋਣਾਂ ਲੜ ਕੇ ਜਿੱਤਣਾ ਚਾਹੁੰਦੀ ਹੈ ਜੀ, ਤੇ ਦੂਸਰੇ ਪਾਸੇ ਪੰਜਾਬ ਦੀ ਬਾਗਡੋਰ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਸੌਂਪੀ ਹੋਈ ਹੈ। ਸੋ ਦੋਵਾਂ ਚੋਂ ਹੁਣ ਕਿਹਦੇ ਨਾਲ ਵਫਾ ਕਮਾਵੇ ਤੇ ਕਿਹਦੇ ਨਾਲ ਦਗਾ ਕਮਾਵੇ ਆਮ ਆਦਮੀ ਪਾਰਟੀ, ਇਹ ਉਹਨਾਂ ਮੂਹਰੇ ਚੁਣੌਤੀ ਬਣ ਕੇ ਖੜਾ ਸਵਾਲ ਜੀ। ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਾਂ ਛਾਂ ਮਿਲਾਉਂਦੇ ਨੇ ਤਾਂ ਪੰਜਾਬ ਹੱਥੋਂ ਰੇਤ ਮੰਗ ਕਰ ਜੂਗਾ ਜੀ, ਤੇ ਜੇਕਰ ਪੰਜਾਬ ਨਾਲ ਖੜਦੇ ਨੇ ਤਾਂ ਮੁੱਖ ਮੰਤਰੀ ਦਾ ਅਹੁਦਾ ਜਾ ਸਕਦਾ ਹੈ। ਸੋ ਇਸ ਲਈ ਭਗਵੰਤ ਮਾਨ ਲਈ ਬਹੁਤ ਔਖੀ ਪ੍ਰੀਖਿਆ ਦੀ ਘੜੀ ਹੈ। ਪ੍ਰਵੀਨ ਜੀ, ਇਸ ਮੌਕੇ ਸਭ ਤੋਂ ਵੱਧ ਜਿਨ੍ਹਾਂ ਨੇ ਚੀਕਾਂ ਮਾਰਨੀਆਂ, ਜਿਨ੍ਹਾਂ ਨੇ ਰੌਲਾ ਪਾਉਣਾ ਹੈ ਰਾਜਨੀਤਿਕ ਤੌਰ ਤੇ, ਉਹ ਨੇ ਕੈਪਟਨ ਹੋਰਾਂ ਦਾ ਧੜਾ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਧੜਾ, ਅਕਾਲੀ ਦਲ ਤੇ ਕਾਂਗਰਸੀ। ਮੈਂ ਕੈਪਟਨ ਦਾ ਧੜਾ, ਕਾਂਗਰਸੀ ਧੜੇ ਦੀ ਗੱਲ ਕਰ ਰਿਹਾ। ਸੋ ਉਹ ਲੋਕ ਨੇ ਜਿਨ੍ਹਾਂ ਨੇ ਇਹ ਜੜ੍ਹਾਂ 'ਚ ਪੰਜਾਬ ਦੀ 'ਚ ਤੇਲ ਪਾਇਆ ਹੈ, ਜਿਹੜੇ SYL ਨਹਿਰ ਬਣਾਉਣ ਦੇ ਵਿੱਚ, ਉਸ ਨਹਿਰ ਨੂੰ ਪੂਰਾ ਕਰਨ ਦੇ ਵਿੱਚ, ਉਹ ਹਰਿਆਣੇ ਦੇ ਲੀਡਰਾਂ ਨਾਲ, ਦਿੱਲੀ ਦੇ ਲੀਡਰਾਂ ਨਾਲ ਜਾਰੀ ਪਕਾਉਣ ਦੇ ਲਈ ਜੋ ਕੁਛ ਕੀਤਾ, ਉਹਦੇ ਲਈ ਕਾਂਗਰਸ ਤੇ ਫਿਰ ਉਸ ਤੋਂ ਬਾਅਦ ਅਕਾਲੀ ਦਲ ਵੀ ਅਛੂਤਾ ਨਹੀਂ ਹੈ। ਇੱਕ ਪਾਸੇ ਅਸੀਂ ਮੋਰਚੇ ਲਾਉਣ ਵਾਲੇ ਧਿਰ ਸੀਗੇ, ਦੂਸਰੇ ਪਾਸੇ ਸਾਡੇ ਲੀਡਰ ਕੁਝ ਇਹੋ ਜਿਹਾ ਦਗਾ ਕਮਾ ਗਏ ਕਿ ਉੱਧਰ ਖੜੇ ਨਜ਼ਰ ਆਏ। ਸੋ ਇਸ ਲਈ ਚਾਹੇ ਉਹ ਇੰਦਰਾ ਗਾਂਧੀ ਨੂੰ ਚਾਂਦੀ ਦੀ ਕਹੀ ਫੜਾਉਣ ਵਾਲਾ ਮਸਲਾ ਹੋਵੇ ਤੇ ਚਾਹੇ ਉਸ ਤੋਂ ਬਾਅਦ ਲੌਂਗੋਵਾਲ ਸਮਝੌਤੇ ਤੋਂ ਬਾਅਦ ਵਾਲੀ ਸਥਿਤੀ ਹੋਵੇ, ਆਪਾਂ ਸਾਰਾ ਕੁਝ ਵਾਕਫ ਹਾਂ। ਪਰ ਇਹੀ ਲੀਡਰ ਅੱਜ ਚੀਕਾਂ ਇਸ ਲਈ ਮਾਰਨਗੇ ਕਿਉਂਕਿ ਇਹਨਾਂ ਨੇ ਆਪਣੇ ਦਾਗ ਧੋਣ ਦੇ ਲਈ ਮਤਲਬ ਮਗਰਮੱਛ ਦੇ ਹੰਝੂ ਰੋਏ ਨੇ। ਜੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਪਾਣੀਆਂ ਦਾ ਰਾਖਾ, ਕਿਆ ਚੱਕੋ ਜੀ, ਮੈਂ ਪਾਣੀਆਂ ਦੇ ਸਮਝੌਤੇ ਰੱਦ ਕਰਦਾ ਤੇ ਸ਼ਾਇਦ ਇਸੇ ਬਹਾਨੇ ਮੈਂ ਅਗਲੀ ਵਾਰ ਚੋਣ ਜਿੱਤ ਜਾਣੀ, ਪਰ ਪੰਜਾਬ ਦੇ ਲੋਕਾਂ ਨੇ ਤਾਂ ਵੀ ਚੋਣ ਨਹੀਂ ਜਿਤਾਈ। ਪਰ ਅਮਰਿੰਦਰ ਸਿੰਘ ਉਸ ਮੌਕੇ ਜਦੋਂ ਪਾਣੀਆਂ ਦੇ ਰਾਖੇ ਬਣ ਕੇ ਉੱਭਰੇ ਤੇ ਅੱਜ ਵੀ ਉਹ ਆਪਣੇ ਆਪ ਦੇ ਨਾਲ ਹੀ ਗੱਲ ਕਹਾਉਂਦੇ ਲਾਉਂਦੇ ਨੇ ਤੇ ਲੋਕਾਂ ਦੇ ਮਨਾਂ 'ਚ ਭਾਵ ਪਿਆ ਕਿਤੇ ਨਾ ਕਿਤੇ ਕਿ ਹਾਂ ਬਾਈ, ਅਮਰਿੰਦਰ ਸਿੰਘ ਨੇ ਵੱਡਾ ਕੰਮ ਕਰਕੇ ਦਿਖਾਇਆ ਸੀ, ਜਿਹੜਾ ਸਮਝੌਤਾ ਰੱਦ ਕਰਤਾ। ਦਿੱਲੀ ਦੀ ਪਰਵਾਹ ਨਹੀਂ ਕੀਤੀ, ਹਾਈ ਕਮਾਂਡ ਦੀ ਪਰਵਾਹ ਨਹੀਂ ਕੀਤੀ, ਸੋਨੀਆ ਗਾਂਧੀ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਪਰ ਉਸ ਮੌਕੇ ਵੀ ਜੇਕਰ ਤੁਸੀਂ ਉਹਨੂੰ ਗੌਰ ਨਾਲ ਬਾਚੋਗੇ ਤਾਂ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਜੜ੍ਹਾਂ ਹੀ ਵੱਢੀਆਂ ਸੀਗੀਆਂ, ਕਿਉਂਕਿ ਅਮਰਿੰਦਰ ਸਿੰਘ ਉਸ ਮੌਕੇ ਜਦੋਂ ਸਮਝੌਤੇ ਰੱਦ ਕਰਦੇ ਨੇ ਤਾਂ ਉਹਦੇ ਵਿੱਚ ਇੱਕ ਗੱਲ ਸਾਂਝੀ ਕਰਦੇ ਨੇ ਕਿ ਜੀ ਜਿਹੜਾ ਪਾਣੀ ਪਹਿਲਾਂ ਜਾਂਦਾ ਜਿਵੇਂ ਜਾਂਦਾ ਉਵੇਂ ਹੀ ਜਾਂਦਾ ਰਹੂਗਾ। ਸੋ ਉਹਦੇ ਵਿੱਚੋਂ ਲਿਖ ਦਿੰਦੇ ਨੇ ਕਿ ਇੰਨਾ ਪਾਣੀ ਜਾਂਦਾ, ਇੰਨਾ ਜਾਂਦਾ। ਇਹਦਾ ਮਤਲਬ ਤੁਸੀਂ ਪੱਕੀ ਮੋਹਰ ਲਾਤੀ। ਅੱਜ ਤੱਕ ਕਿਤੇ ਰਿਕਾਰਡ 'ਚ ਨਹੀਂ ਸੀਗਾ ਕਿ ਅਸੀਂ ਉਹ ਪਾਣੀ ਕਿੰਨਾ ਦੇ ਰਹੇ ਹਾਂ ਤੇ ਕਿੰਨਾ ਉਹਦਾ ਰਾਇਲਟੀ ਲੈਣੀ, ਉਹਦੀ ਮੰਗ ਚੱਲੀ ਆ ਰਹੀ ਸੀ, ਰਾਇਲਟੀ ਦਾ ਜ਼ਿਕਰ ਹੀ ਨਹੀਂ। ਸੋ ਉਹ ਕੰਮ ਆਪਣੇ ਵੱਲੋਂ ਕੰਮ ਕਰ ਗਏ ਜੋ ਕੁਛ ਕਰਨਾ ਸੀ। ਫਿਰ ਉਸ ਤੋਂ ਬਾਅਦ ਵਾਰੀ ਆਈ ਬਾਦਲਾਂ ਦੀ।
ਬਾਦਲ ਕਹਿੰਦੇ ਕਿ ਅਸੀਂ ਉਹ ਤੋਂ ਇੱਕ ਕਦਮ ਅੱਗੇ ਜਾਣਾ, ਅਸੀਂ ਕਿਸਾਨਾਂ ਨੂੰ ਜ਼ਮੀਨ ਹੀ ਮੋੜ ਦੇਣੀ ਆ ਜੀ। ਤੇ ਜੀ ਉਹ ਜ਼ਮੀਨ ਵਾਲਾ ਨੋਟੀਫਿਕੇਸ਼ਨ ਹੋ ਗਿਆ, ਪਰ ਕੋਈ ਕਿਸਾਨ ਆਪਣੀ ਜ਼ਮੀਨ ਲੈਣ ਨਹੀਂ ਗਿਆ। ਕਿਸੇ ਨੇ ਉੱਥੇ ਦੁਬਾਰਾ ਫਸਲ ਨਹੀਂ ਬੀਜੀ। ਬੇਸ਼ੱਕ 40-42 ਕਿਲੋਮੀਟਰ ਨਹਿਰ ਜਿਹੜੀ ਪੰਜਾਬ ਚੋਂ ਲੰਘਦੀ ਸੀ ਉਹ ਕਈ ਖਾਸੀ ਥਾਂ ਸਮਤਲ ਕਰ ਲਈ ਗਈ ਹੈ। ਕਰੀਬ ਮਤਲਬ ਕਿ 121 ਕਿਲੋਮੀਟਰ ਪੰਜਾਬ ਦੇ ਹਿੱਸੇ ਆਉਂਦੀ ਹੈ ਉਹ ਨਹਿਰ ਦਾ ਹਿੱਸਾ, ਤੇ 91 ਕਿਲੋਮੀਟਰ ਹਰਿਆਣਾ ਦੇ ਹਿੱਸੇ ਆਉਂਦਾ। ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਕੁੱਲ 212 ਕਿਲੋਮੀਟਰ ਦੇ ਵਿੱਚੋਂ 91 ਕਿਲੋਮੀਟਰ ਜਿਹੜਾ ਅੰਬਾਲੇ ਤੋਂ ਲੈ ਕੇ ਕਰਨਾਲ ਮੂਨਕ ਤੱਕ ਜਾਂਦਾ ਹੈ, ਉਹ ਸਾਰਾ ਹਰਿਆਣੇ ਨੇ ਬਣਾ ਲਿਆ। ਤੇ ਪੰਜਾਬ ਸਰਕਾਰ ਨੂੰ, ਪੰਜਾਬ ਨੂੰ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਤੁਸੀਂ ਨਹਿਰ ਪੂਰੀ ਕਰੋ। ਜੀ ਜੀ ਜੀ। ਤੇ ਪਾਣੀ ਬਾਅਦ ਚੋਂ ਦੇਖਾਂਗੇ ਆਉਂਦਾ ਕਿ ਨਹੀਂ ਆਉਂਦਾ, ਪਰ ਪੰਜਾਬ ਦਾ ਜਵਾਬ ਸੀ, ਪੰਜਾਬ ਦਾ ਹਵਾਲਾ ਸੀ ਕਿ ਭਾਈ ਜਦੋਂ ਪਾਣੀਓ ਨਹੀਂ ਆ ਸਾਡੇ ਕੋਲ ਵਾਧੂ ਦੇਣ ਨੂੰ ਤਾਂ ਅਸੀਂ ਨਹਿਰ ਕਿਉਂ ਬਣਾਈਏ। ਸੋ ਇਸ ਦੇ ਬਾਵਜੂਦ ਵੀ ਜਿਹੀ ਜੀ ਕੱਚੀ ਪੱਕੀ ਨਹਿਰ ਬਣੀ ਵੀ ਸੀ, ਉਹ ਸਾਡਾ 121 ਕਿਲੋਮੀਟਰ ਦਾ ਏਰੀਆ ਸੀ, ਜਿਹਦੇ ਵਿੱਚ ਥੋੜੀ ਜਿਹੀ ਕਿਤੇ ਬਣ ਗਈ, ਟੋਟਾ ਪਿਆ, ਕਿਤੇ ਟੋਆ ਪੱਟਿਆ, ਕਿਤੇ ਕੁਛ ਹੈ, ਪਰ ਉਹਦੇ ਵਿੱਚੋਂ 42 ਕਿਲੋਮੀਟਰ ਜਦੋਂ ਬਾਦਲਾਂ ਨੇ ਕਿਹਾ ਕਿ ਲਓ ਜੀ ਅਸੀਂ ਵਾਪਸ ਕਰਦੇ ਤਾਂ ਲੋਕਾਂ ਨੇ ਸਮਤਲ ਜ਼ਰੂਰ ਕਰ ਲਈ, ਪੱਧਰੀ ਜ਼ਰੂਰ ਕਰ ਲਈ, ਪਰ ਉੱਥੇ ਵੀ ਅਜੇ ਉਵੇਂ ਖੇਤੀਬਾੜੀ ਜਾਂ ਕੁਝ ਸ਼ੁਰੂ ਨਹੀਂ ਹੋਇਆ, ਉਹ ਖੇਤਾਂ 'ਚ ਨਹੀਂ ਬਦਲੀ ਜੀ। ਹਾਂ, ਪਰ ਇਸ ਮੌਕੇ ਰਾਜਨੀਤੀ ਜ਼ਰੂਰ ਹੁੰਦੀ ਰਹੀ। ਜਦੋਂ ਪੰਜਾਬ 'ਚ ਚੋਣਾਂ ਤਦ ਪੰਜਾਬ ਦੇ ਲੀਡਰਾਂ ਨੂੰ SYL ਦਾ ਮੁੱਦਾ ਯਾਦ ਆਉਂਦਾ, ਜਦੋਂ ਹਰਿਆਣਾ 'ਚ ਚੋਣਾਂ ਤਾਂ ਹਰਿਆਣਾ ਵਾਲਿਆਂ ਨੂੰ SYL ਦਾ ਮੁੱਦਾ ਯਾਦ ਆਉਂਦਾ, ਪਰ ਇਸ ਮਸਲੇ ਤੇ ਕੋਈ ਨਹੀਂ ਆਇਆ ਕਿ ਭਾਈ ਇਹ ਕੁਦਰਤੀ ਸਰੋਤ ਜਿਹੜੇ ਥਾਵਾਂ ਤੋਂ ਲੰਘਦੇ ਨੇ ਉਹਦੇ ਉਹ ਮਾਲਕ ਹੁੰਦੇ ਨੇ। ਅੱਜ ਜਿੱਥੇ ਸਥਿਤੀ ਖੜੀ ਹੈ, ਅੱਜ ਕੋਰਟ ਨੇ ਜਿਹੋ ਜੀ ਤਾੜਨਾ ਕੀਤੀ ਆ, ਜਿਹੜਾ ਸਵਾਲ ਤੁਸੀਂ ਕੀਤਾ ਕਿ ਪ੍ਰੀਖਿਆ ਦੀ ਘੜੀ, ਕੋਰਟ ਦੀ ਤਾੜਨਾ ਹੈ। ਕੋਰਟ ਨੇ ਸਾਫ਼, ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ 3 ਮਹੀਨੇ ਦਾ 4 ਮਹੀਨੇ ਦਾ ਸਮਾਂ ਦਿੰਨੇ ਆ, 4 ਮਹੀਨੇ ਦੇ ਅੰਦਰ ਅੰਦਰ ਜਿਹੜਾ ਕੇਂਦਰ ਦਾ ਵਿਭਾਗ ਹੈ ਸਾਡਾ ਜਲ ਸਰੋਤ ਵਾਲਾ ਹੈ, ਉਸ ਨੂੰ ਹਦਾਇਤ ਹੈ ਕਿ ਭਾਈ ਤੁਸੀਂ ਦੋਵੇਂ ਸੂਬਿਆਂ ਦੇ ਅਧਿਕਾਰੀਆਂ ਨੂੰ, ਦੋਵੇਂ ਸੂਬਿਆਂ ਦੇ ਮੰਤਰੀਆਂ ਨੂੰ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਲਓ, 4 ਮਹੀਨੇ ਜੇ ਮਾਮਲਾ ਨਿਬੜਦਾ ਨਿਬੇੜੋ, ਨਹੀਂ ਅਸੀਂ ਆਪਣਾ ਫੈਸਲਾ ਸੁਣਾ ਦੇਣਾ। ਕੋਰਟ ਦਾ ਫੈਸਲਾ ਤਾਂ ਪਹਿਲਾਂ ਹੀ ਆਇਆ ਹੋਇਆ, ਕੋਰਟ ਨੇ ਤਾਂ ਹਰਿਆਣਾ ਦੇ ਪੱਖ 'ਚ ਫੈਸਲਾ ਸੁਣਾਇਆ ਹੋਇਆ, ਉਸ ਨੇ ਪੰਜਾਬ ਦਾ ਪੱਖ ਤਾਂ ਸੁਣਿਆ ਹੀ ਨਹੀਂ। ਸਾਡਾ ਪਾਣੀ ਦਾ ਪੱਧਰ ਕਿੰਨਾ ਘਟਿਆ ਜੀ ਜੀ। ਰਾਜਸਥਾਨ ਨੂੰ ਇੰਨਾ ਪਾਣੀ ਜਾਣਾ ਜੀ ਜਾ ਰਿਹਾ, ਹਰਿਆਣੇ ਨੂੰ ਇੰਨਾ ਪਾਣੀ ਜਾਣਾ ਜੀ ਜਾ ਰਿਹਾ, ਦਿੱਲੀ ਨੂੰ ਇੰਨਾ ਪਾਣੀ ਜਾਣਾ ਜੀ ਜਾ ਰਿਹਾ, ਤੇ ਪਾਣੀ ਕੁੱਲ ਦੇ ਵਿੱਚੋਂ ਉਹਨਾਂ ਦਾ ਹਿੱਸਾ ਉਹਨਾਂ ਪੂਰਾ ਜਾ ਰਿਹਾ, ਸਾਡਾ ਹਿੱਸਾ ਲਗਾਤਾਰ ਘਟਦਾ ਜਾ ਰਿਹਾ, ਉਹਦੇ ਬਾਰੇ ਕੋਈ ਗੱਲੇ ਕਰਕੇ ਰਾਜੀ ਨਹੀਂ ਜੀ। ਤੇ ਜਿਹੜਾ ਮੁੱਲ ਦੇਣਾ, ਇਹੀ ਦਿੱਲੀ, ਇਹੀ ਕੇਜਰੀਵਾਲ ਦੀ ਸਰਕਾਰ 2019 ਚ ਹਿਮਾਚਲ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਪਾਣੀ ਦਾ ਮੁੱਲ ਦੇ ਰਹੀ ਆ। ਹਾਂਜੀ, ਤੇ ਪੰਜਾਬ ਦੇ ਪਾਣੀ ਦੇ ਵਿੱਚ ਕੀ ਬਦਲ ਗਿਆ ਭਾਈ? ਪੰਜਾਬ ਦੇ ਪਾਣੀ ਦਾ ਮੁੱਲ ਕਿਉਂ ਨਹੀਂ? ਸੋ ਇਸ ਲਈ ਇਸ ਮਸਲੇ ਦੇ ਉੱਤੇ ਦੋਹਰੀ ਖੇਡ ਜਿਹੜੀ ਖੇਡੀ ਜਾ ਰਹੀ ਆ, ਉਸ ਦੌਰਾਨ ਹੁਣ ਕੋਰਟ ਦਾ ਇਹ ਸਵਾਲ ਆਉਣਾ ਕਿ ਜੀ 4 ਮਹੀਨੇ ਜੇ ਨਿਬੜਦਾ ਨਿਬੇੜੋ, ਨਹੀਂ ਫਿਰ ਅਸੀਂ ਫੈਸਲਾ ਸੁਣਾਵਾਂਗੇ। ਤੇ ਕਿਉਂਕਿ ਕਹਿੰਦੇ ਚਿੱਠੀ ਪਾਈ ਸੀ ਜੀ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ, ਜਵਾਬ ਹੈ ਭਾਰਤ ਦੇ ਸਰਕਾਰ ਦੇ ਵਕੀਲ ਵੱਲੋਂ, KG ਐਡਵੋਕੇਟ ਜਨਰਲ ਵੱਲੋਂ, ਕਿ ਭਾਈ ਅਸੀਂ ਆਹ ਚਿੱਠੀ ਪਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪ੍ਰੈਲ ਮਹੀਨੇ 'ਚ, ਉਹਨਾਂ ਨੇ ਜਵਾਬ ਨਹੀਂ ਦਿੱਤਾ। ਅਪ੍ਰੈਲ ਤੋਂ ਬਾਅਦ ਮਈ ਲੰਘ ਗਿਆ, ਜੂਨ ਲੰਘ ਗਿਆ, ਜੁਲਾਈ ਲੰਘ ਗਈ, ਅਗਸਤ, ਜਵਾਬ ਨਹੀਂ ਦਿੱਤਾ। ਸੋ ਜਵਾਬ ਨਾ ਦੇਣਾ, ਇਹ ਉਹੀ ਮੈਂ ਤਾਂ ਹੀ ਕਹਿਣਾ ਪ੍ਰੀਖਿਆ ਦੀ ਘੜੀ ਹੈ ਕਿ ਭਗਵੰਤ ਮਾਨ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਹੁਣ ਇਸ ਮਸਲੇ 'ਚ ਪੰਜਾਬ ਨਾਲ ਖੜਾ ਤਾਂ ਮੈਂ ਸਹੀ ਰਹਿਣਾ, ਕੇਜਰੀਵਾਲ ਨਾਲ ਖੜਾ ਤਾਂ ਸਹੀ ਰਹਿਣਾ। ਇਹ ਉਸ ਸਮੇਂ ਚੁਣੌਤੀ ਸਾਹਮਣੇ ਆਈ ਆ ਪ੍ਰਵੀਨ ਜੀ, ਜਦੋਂ ਅੱਜ ਹਰਿਆਣੇ ਤੋਂ ਯਾਤਰਾ ਸ਼ੁਰੂ ਕਰਨੀ ਇਹਨਾਂ ਨੇ, ਮੇਕ ਇਨ ਇੰਡੀਆ ਬੰਦ ਕੀ ਹੈ ਨਾ, ਉਹ ਯਾਤਰਾ 'ਚ ਕੇਜਰੀਵਾਲ ਜੀ ਨੇ ਹਿਸਾਰ ਤੋਂ ਆਪਣੇ ਗ੍ਰਹਿ ਸੂਬੇ ਤੋਂ ਸ਼ੁਰੂ ਕਰਨੀ ਹੈ, ਤੇ ਉਸ ਮੌਕੇ SYL ਵਾਲਾ ਸਵਾਲ ਮੂਹਰੇ ਆ ਗਿਆ। ਹੁਣ ਭਗਵੰਤ ਮਾਨ ਨੂੰ ਵੀ ਮੀਡੀਆ ਨੇ ਪੁੱਛਣਾ, ਕੇਜਰੀਵਾਲ ਨੂੰ ਵੀ ਪੁੱਛਣਾ, ਜਾਂ ਤਾਂ ਮੀਡੀਆ ਤੋਂ ਬਚ ਕੇ ਭੱਜਣਾ ਪੈਣਾ ਜਾਂ ਹੁਣ ਕੋਰਟ 'ਚ ਜਵਾਬ ਦੇਣਾ ਪੈਣਾ, ਨਹੀਂ 4 ਮਹੀਨੇ ਬਾਅਦ ਕੋਰਟ ਦਾ ਫੈਸਲਾ ਆਉਣਾ, ਫਿਰ ਭਗਵੰਤ ਮਾਨ ਕਿੱਧਰ ਖੜਨਗੇ ਇਹ ਦੇਖਣ ਵਾਲੀ ਗੱਲ ਹੋਏਗੀ। SYL ਵਾਲਾ ਮੁੱਦਾ ਹੁਣ ਹਰਿਆਣੇ ਦੇ ਲੋਕਾਂ ਨਾਲ ਪੰਜਾਬ ਦੇ ਮਨ 'ਚ ਕੋਈ ਭਾਵ ਨਹੀਂ ਮਾੜਾ, ਹਰਿਆਣੇ ਦੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਹਰਿਆਣੇ ਨਾਲ ਸਾਡੀ ਸਾਂਝ ਬਣੀ ਰਹੇ, ਪਰ ਜਿਹੜਾ ਰਾਜਨੀਤਿਕ ਮਸਲਾ ਹੈ ਭਾਈ, ਜੇਕਰ ਆਪਣੀ ਪਿਆਸ ਬੁਝੀ ਹੋਊਗੀ, ਆਪਣਾ ਢਿੱਡ ਭਰਿਆ ਹੋਊਗਾ, ਤਾਂ ਹੀ ਤੁਸੀਂ ਕਿਸੇ ਨੂੰ ਖਿਲਾਉਣ ਦੇ ਸਮਰੱਥ ਹੋਵੋਗੇ ਨਾ। ਸੋ ਜਦੋਂ ਪੰਜਾਬ ਦੇ ਆਪਣੇ ਖੇਤ ਸੁੱਕ ਰਹੇ ਨੇ, ਜਿੱਥੋਂ ਪੰਜਾਬ ਦੀਆਂ ਬਾਕੀ ਨਹਿਰਾਂ ਲੰਘ ਰਹੀਆਂ, ਉੱਥੋਂ ਵੀ ਪੰਜਾਬ ਦੇ ਕਿਸਾਨ ਪਾਣੀ ਲੈ ਸਕਦੇ, ਉਹ ਟਿਊਬਲਾਂ ਰਾਹੀਂ ਕੱਢ ਰਹੇ ਨੇ। ਸੋ ਇਸ ਲਈ ਇਹ ਸਵਾਲ ਜਿਹੜਾ ਪੰਜਾਬ ਮੂਹਰੇ ਚੁਣੌਤੀ ਬਣ ਕੇ ਖੜਾ ਕਿ ਪੰਜਾਬ ਆਪ ਬੰਜਰ ਹੋਣ ਜਾ ਰਿਹਾ, ਪੰਜਾਬ ਆਪ ਰੇਗਿਸਤਾਨ ਬਣਨ ਵੱਲ ਵੱਧ ਰਿਹਾ, ਤੇ ਦੂਸਰੇ ਪਾਸੇ ਤੁਸੀਂ ਜਿਹੜਾ ਥੋੜਾ ਬਹੁਤ ਉਹਨਾਂ ਕੋਲ ਪਾਣੀ ਉਹ ਵੀ ਖੋਹਣ ਦੀ ਤਿਆਰੀ ਕਰ ਰਹੇ ਹੋ। ਇਸ ਨੂੰ ਲੈ ਕੇ ਪੰਜਾਬ ਮੂਹਰੇ ਚੁਣੌਤੀ ਆ, ਔਰ ਇਹ ਫੈਸਲਾ ਜੇਕਰ ਜਬਰੀ ਵੀ ਆਇਆ ਤਾਂ ਵੀ ਪੰਜਾਬ ਦੀ ਜਿਹੀ ਜੀ ਮਤਲਬ ਕਿ ਤਸਵੀਰ ਹੈ, ਉਸ ਹਿਸਾਬ ਨਾਲ ਪੰਜਾਬ ਨੂੰ ਮਨਜ਼ੂਰ ਨਹੀਂ ਹੋਣਾ। ਇਸ ਲਈ ਭਗਵੰਤ ਮਾਨ ਹੋਰਾਂ ਲਈ ਇਹ ਵੱਡੀ ਚੁਣੌਤੀ ਹੈ। ਹੋ ਸਕਦਾ ਕਿ ਉਹਨਾਂ ਨੂੰ ਆਪਣੀ
ਪਾਰਟੀ ਦੇ ਲੀਡਰਾਂ ਨਾਲ ਗੱਲ ਕਰਨੀ ਪਵੇ, ਹੋ ਸਕਦਾ ਉਹਨਾਂ ਨੂੰ MLA ਨਾਲ ਗੱਲ ਕਰਨੀ ਪਵੇ, ਹੋ ਸਕਦਾ ਉਹਨੂੰ ਰਾਘਵ ਚੱਡਾ ਐਂਡ ਪਾਰਟੀ ਨੂੰ ਸਮਝਾਉਣਾ ਪਵੇ, ਹੋ ਸਕਦਾ ਉਹਨਾਂ ਨੂੰ ਸਰਬ ਪਾਰਟੀ ਬੈਠਕ ਬੁਲਾਉਣੀ ਪਵੇ, ਹੋ ਸਕਦਾ ਉਹਨਾਂ ਨੂੰ ਜਨਤਕ ਇਕੱਠ ਕਰਨਾ ਪੈ ਜਾਵੇ। ਇਹ ਮਾਮਲਾ ਬਹੁਤ ਵੱਡਾ ਬਣ ਜਾ ਰਿਹਾ, ਇਸ ਨੂੰ ਇੰਨਾ ਕਹਿ ਨਹੀਂ ਸਮਝਣਾ ਚਾਹੀਦਾ ਕਿ ਕੋਰਟ ਨੇ 4 ਮਹੀਨੇ ਕਹਿਤੇ। ਸੋ ਇਸ ਲਈ ਖਾਸ ਕਰਕੇ ਹਰਿਆਣਾ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਉਧਰੋਂ ਪੱਕੂਗਾ ਤਾਂ ਪੰਜਾਬ ਚੋਂ ਵੀ ਪੱਕੂਗਾ। ਇਸ ਲਈ ਹੁਣ ਭਗਵੰਤ ਮਾਨ ਲਈ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੋਊਗੀ, ਕਿਉਂਕਿ ਜਿਨ੍ਹਾਂ ਨੇ ਇਹ ਜੜ੍ਹਾਂ ਵੱਡੀਆਂ ਨੇ ਪੰਜਾਬ ਦੀਆਂ, ਉਹ ਤਾਂ ਹੁਣ ਆਪਣੇ ਆਪ ਨੂੰ ਬਾਹਰ ਦੱਸ ਰਹੇ ਨੇ ਕਿ ਅਸੀਂ ਤਾਂ ਜੀ ਬਹੁਤ ਨਾਰਾ ਮਾਰਿਆ। ਉਹ ਤਾਂ ਪਾਣੀਆਂ ਦੇ ਰਾਖੇ ਬਣੇ ਬੈਠੇ ਨੇ, ਇਸ ਲਈ ਉਹ ਬੋਲਣਗੇ ਇਸ ਮਸਲੇ ਤੇ, ਬੁੜਕ ਬੁੜਕ ਕੇ ਬੋਲਣਗੇ। ਸੋ ਇਸ ਲਈ ਭਗਵੰਤ ਮਾਨ ਹੁਣ ਕੇਜਰੀਵਾਲ ਦੇ ਪਾਸੇ ਜਾਣਗੇ, ਹਰਿਆਣੇ ਦੀਆਂ ਵੋਟਾਂ ਲਈ ਜਾਣਗੇ, ਜਾਂ ਪੰਜਾਬ ਦੇ ਲੋਕਾਂ ਲਈ ਖੜਨਗੇ। ਉਹਨਾਂ ਲਈ ਬਹੁਤ ਵੱਡੀ ਹੁਣ ਕੁਰਸੀ ਤੇ ਪੰਜਾਬ ਦਾ ਸਵਾਲ ਆਏਗਾ। ਜੀ 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 ਵੈਸੇ ਗੱਲ ਹੈਗੀ ਆ ਆਪਣੇ ਸ਼ਰਮਾ ਜੀ ਕਿ ਪਹਿਲਾਂ ਜਿਹੜੇ ਲੋਕਾਂ ਨੇ ਕਿਹਨੇ ਇੰਦਰਾ ਗਾਂਧੀ ਦਰਬਾਰਾ ਸਿੰਘ ਨੂੰ ਕਿਹਾ ਸੀ ਆਈਦਰ ਸਾਈਨ ਔਰ ਰਿਜ਼ਾਈਨ, ਜਾਂ ਤਾਂ ਸਾਈਨ ਕਰ, ਇੱਥੇ 81 ਦੀਆਂ ਗੱਲਾਂ ਨੇ ਇਹ। ਕਿਹਨੇ ਟੱਕ ਲਵਾਏ, ਠੀਕ ਹੈ, ਕਿਹਨੇ ਚੌਧਰੀ ਦੇਵੀ ਲਾਲ ਨੇ ਕਿਹਨਾਂ ਦਾ ਧੰਨਵਾਦ ਕੀਤਾ ਸਾਰਿਆਂ ਨੂੰ ਪਤਾ ਜੀ, ਸਾਰਿਆਂ ਨੂੰ ਪਤਾ, ਔਨ ਰਿਕਾਰਡ ਨੇ ਗੱਲਾਂ। ਤੇ ਫਿਰ ਕਿਹਨਾਂ ਨੇ ਨਕਲੀ ਯੋਧੇ ਬਣ ਕੇ ਤੇ ਜਿਵੇਂ ਤੁਸੀਂ ਦੱਸਿਆ ਵੀ ਹੱਥ ਵੜਾ ਕੇ ਦੇਤੇ ਕਿ ਜੀ ਜਿੰਨਾ ਜਾਂਦਾ ਉਹਨਾਂ ਜਾਣ ਦਿਓ। ਭਲੇ ਮਾਨਸ ਤੁਹਾਨੂੰ ਕੀ ਲੋੜ ਪਈ ਸੀ, ਉਹ ਤੁਹਾਨੂੰ ਮਾਨਤਾ ਦਿੰਦੇ ਨਹੀਂ, ਤੁਸੀਂ ਉਹਨਾਂ ਨੂੰ ਮੱਲੋ ਮੱਲੀ ਮਤੇ। ਬਿਲਕੁਲ ਬਿਲਕੁਲ ਬਿਲਕੁਲ। ਖੈਰ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ ਤੇ ਗੱਲ ਕਰੀਏ ਕੁਝ ਹੋਰ ਅਹਿਮ ਮਸਲਿਆਂ ਦੀ। ਐਕਸਾਈਜ਼ ਪਾਲਿਸੀ ਦੀ ਗੱਲ ਕਰਦੇ ਹਾਂ। ਐਕਸਾਈਜ਼ ਪਾਲਿਸੀ ਦਿੱਲੀ ਦੀ, ਮਨੀਸ਼ ਸਿਸੋਦੀਆ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ ਕਿ ਐਕਸਾਈਜ਼ ਪਾਲਿਸੀ ਜਦੋਂ ਤਬਦੀਲੀਆਂ ਹੁੰਦੀਆਂ ਨੇ ਤੇ ਤੁਹਾਡੇ ਨਾਲ ਕੀ ਕੁਝ ਹੋ ਸਕਦਾ। ਪਾਲਿਸੀ ਦਿੱਲੀ ਦੀ ਹੈ ਸ਼ਰਮਾ ਜੀ, ਤੇ ਛਾਪੇ ਪੰਜਾਬ ਦੇ ਅਫਸਰਾਂ ਦੇ ਘਰ। ਪ੍ਰਵੀਨ ਜੀ, ਕੱਲ ਜਿੰਨੇ ਛਾਪੇ ਪਏ ਨੇ ਜੀ, ਕੱਲ ਈਡੀ ਨੇ ਮਨੀ ਲੈਂਡਿੰਗ ਦੇ ਮਾਮਲੇ 'ਚ ਛਾਪੇ ਮਾਰੇ ਨੇ, ਪਰ ਆਧਾਰ ਉਹਦਾ ਐਕਸਾਈਜ਼ ਪਾਲਿਸੀ ਹੈ, ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਜੀ। ਉਸ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਈਡੀ ਨੇ ਮਨੀ ਲੈਂਡਿੰਗ ਦੇ ਮਾਮਲੇ 'ਚ 7 ਸੂਬਿਆਂ 'ਚ 40 ਥਾਵਾਂ ਤੇ ਛਾਪੇ ਮਾਰੇ ਨੇ। ਤੇ ਉਹਨਾਂ 7 ਸੂਬਿਆਂ ਦੇ ਵਿੱਚ ਹਰਿਆਣਾ ਵੀ ਆਉਂਦਾ ਜੀ, ਤੇ ਉਹਨਾਂ 7 ਸੂਬਿਆਂ 'ਚ ਚੰਡੀਗੜ੍ਹ ਵੀ ਆਉਂਦਾ। ਚੰਡੀਗੜ੍ਹ ਤੇ ਹਰਿਆਣਾ ਇਸ ਨਾਤੇ ਤੋਂ ਹੈ ਕਿ ਉਹ ਪੰਜਾਬ। ਹਰਿਆਣੇ ਦੇ ਵਿੱਚ ਪੰਚਕੂਲਾ 'ਚ ਛਾਪੇ ਪਏ ਨੇ, ਔਰ ਪੰਚਕੂਲਾ 'ਚ ਦੁਬੇ ਸਾਹਿਬ ਰਹਿੰਦੇ ਨੇ, ਤੇ ਦੁਬੇ ਸਾਹਿਬ ਦੀ ਕੋਠੀ 'ਚ ਛਾਪਾ, ਪੰਜਾਬ ਦੇ ਉਸ ਅਧਿਕਾਰੀ ਦੇ ਘਰੇ ਛਾਪਾ। 8 ਘੰਟੇ ਮਤਲਬ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਛਾਪਾ ਜਾਰੀ ਸੀ। 12 ਘੰਟੇ ਤੋਂ ਵੱਧ ਦਾ ਸਮਾਂ ਲਗਭਗ ਬੀਤਿਆ। ਉਸ ਦੌਰਾਨ ਕੀ ਮਿਲਿਆ ਕੀ ਨਹੀਂ ਪਤਾ ਨਹੀਂ। ਅੰਦਰ ਡਿਲੀਵਰੀ ਬੁਆਏ ਨੂੰ ਵੀ ਕੋਈ ਪੀਜ਼ਾ ਬਰਗਰ ਵੀ ਨਹੀਂ ਫੜਾਉਣ ਦਿੱਤਾ ਅਗਲਿਆਂ ਨੇ, ਤੇ ਕੋਈ ਚੌਕੀਦਾਰ ਨੂੰ ਦੁੱਧ ਪਾਣੀ ਵੀ ਨਹੀਂ ਦੇਣ ਦਿੱਤਾ। ਅਗਲੇ ਕਹਿੰਦੇ ਨਾ ਅਸੀਂ ਆਪੇ ਦੇਖ ਲਾਂਗੇ, ਕਿਸੇ ਨੂੰ ਨਹੀਂ ਜਾਣਦਾ। ਸੋ 7 ਸੂਬਿਆਂ ਜਿਹੜੇ ਛਾਪੇ ਪਏ ਨੇ, ਉਹਦੇ ਵਿੱਚ ਮਨੀ ਲੈਂਡਿੰਗ ਦਾ ਮਾਮਲਾ ਸੀਗਾ, ਜਿਹਦੇ ਵਿੱਚ ਤੇਲੰਗਾਨਾ 'ਚ ਵੀ ਛਾਪੇ ਨੇ, ਮਹਾਰਾਸ਼ਟਰ 'ਚ ਵੀ ਛਾਪੇ ਨੇ, ਤਾਮਿਲਨਾਡੂ 'ਚ ਛਾਪੇ ਨੇ, ਯੂਪੀ 'ਚ ਵੀ ਛਾਪੇ ਨੇ, ਦਿੱਲੀ 'ਚ ਵੀ ਛਾਪੇ ਨੇ, ਕਰਨਾਟਕਾ 'ਚ ਵੀ ਛਾਪੇ ਨੇ। ਪਰ ਹਰਿਆਣੇ ਦਾ ਪੰਚਕੂਲਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਇਹਨਾਂ ਥਾਵਾਂ ਦੇ ਉੱਤੇ ਜਿਹੜੇ ਛਾਪੇ ਪਏ ਨੇ ਉਹ ਪੰਜਾਬ ਨੂੰ ਲੈ ਕੇ। ਪਰ ਇਹ ਸਾਰੇ ਟਿਕਾਣਿਆਂ ਦੇ ਵਿੱਚੋਂ ਕਿਤੇ ਵੀ ਮਨੀਸ਼ ਸਿਸੋਦੀਆ ਦਾ ਸਿੱਧਾ ਕੋਈ ਲਿੰਕ ਨਹੀਂ ਹੈਗਾ। ਇਸ ਮਾਮਲੇ 'ਚ ਮਨੀਸ਼ ਸਿਸੋਦੀਆ ਦੇ ਕੋਈ ਅਧਿਕਾਰੀ ਦਾ, ਕੋਈ ਪਰਿਵਾਰ ਦਾ, ਕੋਈ ਰਿਸ਼ਤੇਦਾਰ ਦਾ, ਕੋਈ ਨੇੜਲੇ ਦਾ ਕੋਈ ਨਾਤਾ ਨਹੀਂ, ਪਰ ਇਹ ਨੀਤੀ ਦਾ ਨਾਤਾ ਹੈ ਕਿ ਜਿਹੜੀ ਪਾਲਿਸੀ ਉਹ ਲੈ ਕੇ ਆਏ ਸੀ, ਉਸ ਪਾਲਿਸੀ ਨੂੰ ਪੰਜਾਬ ਨੇ ਫੋਲੋ ਕੀਤਾ, ਪੰਜਾਬ ਨੇ ਕਾਪੀ ਕੀਤਾ, ਤੇ ਉਸ ਨਾਤੇ ਕੀ ਬਾਕੀ ਥਾਵਾਂ ਦੇ ਉੱਤੇ ਪੈਸੇ ਦਾ ਕੋਈ ਦੇਣਦਾਰੀ ਹੈ, ਉਹ ਮਨੀ ਲਾਂਡਰਿੰਗ ਦਾ ਪੈਸਾ ਕਿੱਥੇ ਕਿੱਥੇ ਵਰਤਿਆ ਜਾਂਦਾ ਹੈ, ਉਹ ਸਪਲਾਇਰ ਕੌਣ ਨੇ ਦਾਰੂ ਦੇ, ਉਹ ਦਾਰੂ ਕੌਣ ਬਣਾਉਂਦੇ ਨੇ, ਕਿਹਨੂੰ ਦਿੰਦੇ ਨੇ, ਠੇਕੇਦਾਰ ਕਿਹੜੇ ਨੇ, ਇਹ ਉਸ ਅਧਿਕਾਰੀ ਕਿਹੜੇ ਕਿਹੜੇ ਵਿਭਾਗਾਂ 'ਚ ਸ਼ਾਮਲ ਨੇ। ਸੋ ਪੂਰਾ ਇਹ ਮਿਲਾ ਕੇ ਇੱਕ ਵੱਡਾ ਗਿਰੋਹ ਜਿਹੜਾ ਲੱਗਦਾ ਦੇਸ਼ 'ਚ ਫੈਲਿਆ, ਉਸ ਨੂੰ ਨੱਥ ਪਾਉਣ ਦੀ ਇੱਕ ਕਵਾਇਦ ਲੱਗਦੀ, ਜਿਹਦੇ ਨਾਲ ਫਿਰ ਸਕੰਜਾ ਸਿਸੋਦੀਆ ਤੇ ਹੀ ਕੱਸਿਆ ਜਾਣਾ, ਔਰ ਪੰਜਾਬ ਸਰਕਾਰ ਵੀ ਹੁਣ ਸਵਾਲਾਂ ਦੇ ਘੇਰੇ 'ਚ ਹੈ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਆ ਉਸ ਨੂੰ ਲੈ ਕੇ ਲਗਾਤਾਰ ਬਵਾਲ ਹੈ ਕਿ ਉਹੀ ਦਿੱਲੀ ਵਾਲੀ ਪਾਲਿਸੀ ਆ ਜਿੱਥੋਂ ਭੱਜੇ ਮਨੀਸ਼ ਸਿਸੋਦੀਆ ਹੋਰੀ, ਉਹਨਾਂ ਨੇ ਤੁਰੰਤ ਵਾਪਸ ਲਈ ਜਦੋਂ ਜਾਂਚ ਸ਼ੁਰੂ ਹੋਈ, ਤੇ ਉਸ ਦੇ ਬਾਵਜੂਦ ਉਹ ਕਹਿੰਦੇ ਨੇ ਕਿ ਬਹੁਤ ਚੰਗੀ ਪਾਲਿਸੀ ਹੈ। ਇਸ ਲਈ ਹੁਣ ਇਸ ਮਸਲੇ ਤੇ ਵੀ ਮਤਲਬ ਕਿ ਆਮ ਆਦਮੀ ਪਾਰਟੀ ਸਰਕਾਰ ਘਿਰ ਰਹੀ ਆ, ਔਰ ਇਸ ਨੂੰ ਵੀ ਤੁਸੀਂ ਉਸੇ ਨਾਤੇ ਨਾਲ ਜੋੜ ਕੇ ਵੀ ਦੇਖ ਸਕਦੇ ਹੋ, ਕਿਉਂਕਿ ਕਿਤੇ ਨਾ ਕਿਤੇ ਅੱਜ ਕੱਲ੍ਹ ਕੋਰਟ ਦੇ ਫੈਸਲੇ ਵੀ ਰਾਜਨੀਤਿਕ ਤੌਰ ਤੇ ਪ੍ਰਭਾਵਿਤ ਨਜ਼ਰ ਆਉਣ ਲੱਗੇ ਨੇ। ਤੇ ਖਾਸ ਕਰਕੇ ਆ ਈਡੀ ਤੇ ਸੀਬੀਆਈ ਤਾਂ ਆਪਾਂ ਜਾਣਦੇ ਹੀ ਹਾਂ ਕਿ ਕੇਂਦਰ ਦੇ ਤੋਤੇ ਨੇ, ਕਿਉਂਕਿ ਅੱਜ ਹਰਿਆਣਾ 'ਚ ਵੀ ਆਮ ਆਦਮੀ ਪਾਰਟੀ ਬੀਜੇਪੀ ਨੂੰ ਚੁਣੌਤੀ ਦੇ ਰਹੀ ਆ, ਤੇ ਉਹ ਅੱਜ ਤੋਂ ਚੁਣੌਤੀ ਉਹਨਾਂ ਲਈ ਵੱਡੀ ਹੋਣ ਜਾ ਰਹੀ ਹੈ। ਤੇ ਇਸ ਲਈ ਉਸ ਚੁਣੌਤੀ ਨੂੰ ਠੱਲ ਪਾਉਣ ਲਈ, ਕੇਜਰੀਵਾਲ ਦੇ ਦੌਰੇ ਨੂੰ ਠੰਡਾ ਕਰਨ ਲਈ, ਭਗਵੰਤ ਮਾਨ ਦੀ ਉੱਥੇ ਆਮਦ ਨੂੰ ਚਰਚਾ 'ਚ ਨਾ ਆਉਣ ਦੇ ਲਈ ਕੀ ਇਹ ਛਾਪੇ ਵੀ ਹਥਿਆਰ ਵਜੋਂ ਵਰਤੇ ਗਏ ਨੇ, ਇਹ ਵੀ ਇੱਕ ਸਵਾਲ ਹੈ। ਸੋ ਕੀ ਹਰਿਆਣਾ 'ਚ ਅਕਸ ਨੂੰ ਢਾਹ ਲਾਈ ਜਾਵੇ ਕਿ ਲਓ ਜੀ ਇਹਨਾਂ ਤਾਂ ਦਿੱਲੀ 'ਚ
ਸ਼ਰਾਬ ਦੇ ਮਾਮਲੇ 'ਚ ਲੁੱਟ ਲਿਆ, ਪੰਜਾਬ 'ਚ ਪਾਣੀ ਨਹੀਂ ਸਾਨੂੰ ਦਿੰਦੇ, ਆਹ ਧੋਖਾ ਹੈ ਜੀ। ਸੋ ਇਹ ਸਾਰਾ ਕੁਝ ਕੀ ਉਸੇ ਕੜੀ ਦਾ ਹਿੱਸਾ ਹੈ ਕਿ ਅੱਜ ਹਿਸਾਰ ਤੋਂ ਜਿਹੜੀ ਕੇਜਰੀਵਾਲ ਹੋਰਾਂ ਨੇ 2 ਦਿਨ ਦੀ ਯਾਤਰਾ ਕੱਢਣੀ ਸੀ, ਉਹਨਾਂ ਨੇ ਤਾਂ ਸਕੀਮ ਬਣਾਈ ਸੀ ਕਿ ਮੈਂ ਰਾਹੁਲ ਗਾਂਧੀ ਨੂੰ ਘੇਰਨਾ ਇਸ ਯਾਤਰਾ ਰਾਹੀਂ, ਕਿਉਂਕਿ ਉਹਨਾਂ ਨੇ ਅੱਜ ਕੰਨਿਆ ਕੁਮਾਰੀ ਤੋਂ ਯਾਤਰਾ ਸ਼ੁਰੂ ਕਰਨੀ ਹੈ, ਭਾਰਤ ਜੋੜੋ। ਤੇ ਇਹ ਕਹਿੰਦੇ ਕਿ ਉਹਨੂੰ ਮੈਂ ਮੂਹਰੇ ਹੋ ਕੇ ਖੜਨਾ ਕਿ ਨਹੀਂ, ਹਰਿਆਣਾ ਮੈਂ ਜੋੜ ਲੈਣਾ, ਗੁਜਰਾਤ ਮੈਂ ਜੋੜ ਲੈਣਾ, ਹਿਮਾਚਲ ਮੈਂ ਜੋੜ ਲੈਣਾ, ਤੁਹਾਨੂੰ ਕੀ ਲੋੜ ਆ ਜੋੜਨ ਦੀ, ਤੁਸੀਂ ਆਪਣਾ ਟੱਬਰ ਜੋੜੋ। ਪਰ ਅੱਜ ਉਹਨਾਂ ਨੂੰ ਆਪਣੇ ਘਰੇ ਹੀ ਮਤਲਬ ਕਿ ਚੋਰਾਂ ਤੇ ਮੋਰ ਪੈਣ ਵਾਲੀ ਗੱਲ ਹੋ ਗਈ। ਕੇਜਰੀਵਾਲ ਨੂੰ ਹਰਿਆਣੇ 'ਚ ਘੇਰਾਬੰਦੀ ਹੋ ਗਈ। ਹੁਣ ਮੀਡੀਆ ਜਿਸ ਕਦਰ ਘੇਰੂਗਾ, ਕਿਉਂਕਿ ਕੇਜਰੀਵਾਲ ਲੱਗਦਾ ਕਿ ਮੇਰਾ ਦਿੱਲੀ 'ਚ ਦਿੱਤੇ ਇਸ਼ਤਿਹਾਰ ਤੇ ਮੇਰੀ ਸਰਕਾਰ ਨਵੀਂ ਜਿਹੜੀ ਪੰਜਾਬ 'ਚ ਭਗਵੰਤ ਮਾਨ ਨੇ ਉਹਦੇ ਵੱਲੋਂ ਪੰਜਾਬ 'ਚ ਦਿੱਤੇ ਇਸ਼ਤਿਹਾਰ ਕੰਮ ਆਉਣਗੇ, ਮੀਡੀਆ ਸਾਨੂੰ ਉਸੇ ਤਰ੍ਹਾਂ ਦੇ ਸਵਾਲ ਪੁੱਛੂਗਾ। ਪਰ ਹੁਣ ਦਿੱਲੀ ਵਾਲੇ ਕਹਿੰਦੇ ਕਿ ਸਾਡੇ ਵੀ ਆਉਣਗੇ ਜੀ, ਸਾਡੇ ਚੈਨਲ ਜਿਹੜੇ ਸਾਡੇ ਪੱਖੀ ਨੇ ਜੀ, ਭਾਜਪਾ ਦੇ ਪੱਖੀ, ਕੇਂਦਰ ਪੱਖੀ, ਉਹ ਵੀ ਆਉਣਗੇ, ਉਹ ਆਪਣੇ ਸਵਾਲ ਕਰਨਗੇ। ਸੋ ਇਸ ਲਈ ਅੱਜ ਕੇਜਰੀਵਾਲ ਮੂਹਰੇ ਇਹ ਛਾਪੇ ਤੇ SYL ਵਾਲਾ ਮੁੱਦਾ ਵੱਡਾ ਚੁਣੌਤੀ ਬਣ ਕੇ ਖੜੇਗਾ ਤੇ ਉਹਨਾਂ ਦੀ ਯਾਤਰਾ ਦੀ ਰਾਹ ਦੇ ਵਿੱਚ ਵੱਡੇ ਰੋੜੇ ਨੇ ਜਿਹੜੇ ਉਹਨਾਂ ਨੂੰ ਹਰਿਆਣਾ 'ਚ ਪੈਰ ਲਾਉਣ ਤੋਂ ਵੀ ਰੋਕਣਗੇ। ਔਰ ਇਹ ਮਾਮਲਾ ਗੁਜਰਾਤ ਤੱਕ ਵੀ ਸੋਚਿਆ ਜਾ ਰਿਹਾ ਕਿ ਇਸ ਨੂੰ ਇਸ ਲਈ ਵੀ ਹੈ ਕਿ ਤਾਂ ਕਿ ਕੇਜਰੀਵਾਲ ਦੀ ਗੁਜਰਾਤ ਦੀ ਧਾਰ ਨੂੰ ਖੁੰਡਾ ਕੀਤਾ ਜਾਵੇ, ਜਿਹੜਾ ਹਿਮਾਚਲ ਦੇ ਵਿੱਚੋਂ ਉਡਾਰੀ ਭਰਨਾ ਚਾਹੁੰਦੇ ਨੇ ਪਹਾੜਾਂ ਦੇ ਵਿੱਚ ਜਾ ਕੇ, ਕਿ ਉਸ ਨੂੰ ਵੀ ਮੱਠਾ ਕੀਤਾ ਜਾਵੇ ਉਹਨਾਂ ਦੀ ਉਡਾਰ ਨੂੰ। ਸੋ ਇਸ ਲਈ ਇਸ ਨੂੰ ਇਸ ਸਵਾਲ ਨਾਲ ਵੀ ਦੇਖਿਆ ਜਾ ਰਿਹਾ ਕਿ BJP ਵੀ ਇਸ ਦੇ ਵਿੱਚੋਂ ਰਾਜਨੀਤੀ ਕਰ ਰਹੀ ਆ, ਪਰ ਕਿਤੇ ਨਾ ਕਿਤੇ ਜਿਹੜੀ ਐਕਸਾਈਜ਼ ਪਾਲਿਸੀ ਆ ਦਿੱਲੀ ਦੀ, ਉਹ ਸਵਾਲਾਂ ਦੇ ਘੇਰੇ 'ਚ ਹੈ ਜੀ। ਔਰ ਉਹਦੇ ਕਾਰਨ ਹੁਣ ਪੰਜਾਬ ਦੀ ਐਕਸਾਈਜ਼ ਪਾਲਿਸੀ ਵੀ ਸਵਾਲਾਂ ਦੇ ਘੇਰੇ 'ਚ ਹੈ। ਔਰ ਮਨੀਸ਼ ਸਿਸੋਦੀਆ ਲਈ ਇਸ ਮਾਮਲੇ 'ਚੋਂ ਨਿਕਲਣਾ ਬਹੁਤ ਔਖਾ ਹੈ, ਕਿਉਂਕਿ ਸਿਸੋਦੀਆ ਸਣੇ 14 ਦੇ ਉੱਤੇ CBI ਨੇ FIR ਦਰਜ ਕੀਤੀ ਹੋਈ ਹੈ ਤੇ ਹੁਣ ED ਦੇ ਛਾਪੇ ਉੱਧਰ ਵੀ ਹੋ ਰਹੇ ਨੇ, ਇੱਧਰ ਵੀ ਹੋ ਰਹੇ ਨੇ, ਮਨੀ ਲੈਂਡਿੰਗ ਦਾ ਮਾਮਲਾ ਨਾਲ ਜੁੜ ਗਿਆ। ਸੋ ਬਹੁਤ ਵੱਡਾ ਮਾਮਲਾ ਉਹਦੇ ਦਿਨਾਂ 'ਚ ਬਣ ਸਕਦਾ। ਜਦੋਂ ਲੱਗਿਆ ਕਿ ਹੁਣ ਲੋੜ ਹੈ ਤਾਂ ਇਹਦੀ ਗ੍ਰਿਫਤਾਰੀ ਵੀ ਪਾ ਸਕਦੇ ਨੇ। ਜੀ ਬਿਲਕੁਲ, ਹੋ ਕੁਛ ਵੀ ਸਕਦਾ। ਅਗਲੀ ਖਬਰ ਵੀ ਸਿਆਸਤ ਦੇ ਨਾਲ ਹੀ ਲਿੰਕਡ ਹੈ ਜੀ। ਮੋਦੀ ਦਾ ਮਿਸ਼ਨ ਕਸ਼ਮੀਰ ਤੇ ਨਿਤਿਸ਼ ਦਾ ਮਿਸ਼ਨ ਦਿੱਲੀ ਜਿਹੜਾ ਉਹ ਸ਼ੁਰੂ ਹੋ ਗਿਆ। ਸ਼ਰਮਾ ਜੀ, ਨਿਤਿਸ਼ ਕੁਮਾਰ ਬਹੁਤ ਚਿਰ ਤੋਂ ਦਿੱਲੀ ਦੇ ਸਿੰਘਾਸਨ ਤੇ ਅੱਖ ਰੱਖੀ ਬੈਠੇ ਆ। ਦੇਖੋ, ਕੋਸ਼ਿਸ਼ ਨਿਤੀਸ਼ ਉਹਨਾਂ ਨੇ ਪਹਿਲਾਂ ਵੀ ਕੀਤੀ ਸੀ ਇੱਕ ਵਾਰ, ਤੇ ਹੁਣ ਫਿਰ ਉਹਨਾਂ ਨੇ ਦੁਬਾਰਾ ਇਹ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਹੈ। ਦਿੱਲੀ ਆਉਣਾ ਕਿਸੇ ਖੇਤਰੀ ਲੀਡਰ ਦਾ ਤਾਂ ਸੱਤਾਧਾਰੀ ਧਿਰ ਨੂੰ ਜਾਂ ਜਿਹੜੀਆਂ ਦੂਸਰੀਆਂ ਨੈਸ਼ਨਲ ਪਾਰਟੀਆਂ ਉਹਨਾਂ ਨੂੰ ਫਿਕਰਮੰਦੀ ਤਾਂ ਪੈਂਦੀ ਹੈ। ਔਰ ਨਿਤੀਸ਼ ਵਰਗਾ ਬੰਦਾ ਜਿਹਦੇ ਲਈ ਕੋਈ ਵੀ ਲੀਡਰ, ਚਾਹੇ ਉਹਦਾ ਵਿਰੋਧੀ ਹੈ ਚਾਹੇ ਉਹਦਾ ਸਾਥੀ ਹੈ, ਉਹਦੇ ਲਈ ਦਰਵਾਜ਼ੇ ਖੋਲ ਦਿੰਦਾ ਕਰਦੇ, ਕਿਆ ਹੋ ਜਨਾਬ। ਸੋ ਉਹਦੇ ਨਾਲ ਸਹਿਮਤ ਹੋ ਕੇ ਤੁਰੇ ਜਾਂ ਨਾ ਤੁਰੇ, ਪਰ ਉਹਨੂੰ ਆਪਣੇ ਡਰਾਇੰਗ ਰੂਮ 'ਚ ਬਿਠਾ ਕੇ ਸੁਣਨਾ, ਉਹਦੇ ਨਾਲ ਗੱਲ ਕਰਨਾ, ਇਹ ਨਿਤੀਸ਼ ਦੀ ਤਾਕਤ ਹੈ। ਸੋ ਇਸ ਲਈ ਨਿਤੀਸ਼ ਨੂੰ ਆਪਣੇ ਨਾਲ ਬੰਦੇ ਬਾਹਰ ਲਿਆ ਕੇ ਮੀਡੀਆ 'ਚ ਦਿਖਾਉਣੇ ਆਉਂਦੇ ਨੇ। ਹੁਣ ਕੇਜਰੀਵਾਲ ਉਹਦੇ ਨਾਲ ਜਾਣਗੇ ਜਾਂ ਨਹੀਂ ਜਾਣਗੇ ਵੱਖਰਾ ਸਵਾਲ ਹੈ, ਪਰ ਫੁੱਲਾਂ ਦੇ ਗੁਲਦਸਤਿਆਂ ਦਾ ਆਦਾਨ ਪ੍ਰਦਾਨ ਹੁੰਦਾ ਸਾਰਿਆਂ ਨੇ ਦੇਖਿਆ। ਹਾਂ, ਇਸ ਮਾਮਲੇ ਦੇ ਵਿੱਚ ਜਿਹੜਾ ਫਿਕਰਮੰਦੀ ਆ ਉਹ ਭਾਜਪਾ ਲਈ ਹੈ। ਕਾਰਨ ਨਿਤੀਸ਼ ਹੋਰੀ ਜਿਸ ਕਦਰ ਕੱਲ ਦਿੱਲੀ ਆਏ, ਉਹਨਾਂ ਨੇ ਕਰੀਬ 7-8 ਵਿਰੋਧੀ ਲੀਡਰਾਂ ਨਾਲ ਤਾਲਮੇਲ ਕੀਤਾ। ਉਹਦੇ ਵਿੱਚੋਂ ਚਾਹੇ ਅਰਵਿੰਦ ਕੇਜਰੀਵਾਲ ਹੋਣ, ਚਾਹੇ ਉਹ 'ਚੋਂ ਸ਼ਰਦ ਪਵਾਰ ਹੋਣ, ਚਾਹੇ ਉਹਦੇ ਸੀਤਾਰਾਮ ਯੇਚੁਰੀ ਹੋਣ, ਚਾਹੇ HD ਕੁਮਾਰਾਸਵਾਮੀ ਹੋਣ, ਚਾਹੇ ਹੋਰ ਵੱਖ-ਵੱਖ ਤਰ੍ਹਾਂ ਦੇ ਲੀਡਰ ਹੋਣ। ਸੋ ਇਸ ਲਈ ਉਹਦੇ ਵਿੱਚ ਰਾਹੁਲ ਗਾਂਧੀ ਨੂੰ ਵੀ ਮਿਲਣਾ ਤੇ ਆ ਖੇਤਰੀ ਪਾਰਟੀ ਦੇ ਲੀਡਰਾਂ ਨੂੰ ਵੱਖ-ਵੱਖ ਨੂੰ ਮਿਲਣਾ, ਕਿਉਂਕਿ ਜਿਵੇਂ ਉਹ ਲਗਾਤਾਰ CPI ਜਨਰਲ ਸਕੱਤਰ DR ਰਾਜਾ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਆ। ਸੋ ਉਹ ਸਾਰੀ ਮੁਲਾਕਾਤਾਂ, ਉਹ ਤੋਂ ਅੱਗੇ ਵੱਧ ਕੇ ਚੌਟਾਲਿਆਂ ਨਾਲ ਮਿਲਣਾ, ਓਮ ਪ੍ਰਕਾਸ਼ ਚੌਟਾਲਾ ਨਾਲ, ਫਿਰ ਮੁਲਾਇਮ ਸਿੰਘ ਯਾਦਵ ਨਾਲ ਤੇ ਉਹਦੇ ਮੁੰਡੇ ਅਖਿਲੇਸ਼ ਯਾਦਵ ਨਾਲ। ਸੋ ਆਹ ਸਾਰੀਆਂ ਮੁਲਾਕਾਤਾਂ ਤੇ ਅੱਗੇ ਕਹਿੰਦੇ ਉਹਨਾਂ ਦੇ ਮਮਤਾ ਬੈਨਰਜੀ ਵਾਲਾ ਹਲੇ ਕਦਮ ਪਿਆ ਕਿ ਉਧਰ ਨੂੰ ਜਾਣਾ, ਉਧਰ ਠਾਕਰੇ ਕੰਨੀ ਨੂੰ ਜਾਣਾ। ਸੋ ਇਸ ਲਈ ਇਸ ਕਵਾਇਦ ਨੇ ਕੱਲ ਭਾਜਪਾ ਨੂੰ ਜ਼ਰੂਰ ਫਿਕਰਮੰਦੀ 'ਚ ਪਾਇਆ ਕਿ ਭਾਈ ਨਿਤੀਸ਼ ਨੇ ਮਿਸ਼ਨ ਜਿਹੜਾ ਦਿੱਲੀ ਆ ਉਹ ਸ਼ੁਰੂ ਕਰ ਦਿੱਤਾ। ਤੁਸੀਂ ਇਹਦਾ ਹਵਾਲਾ ਦੇਖੋ ਜੀ। ਮੈਂ ਦੇਖ ਰਿਹਾ ਸੀਗਾ ਕਿ 2009 ਦੇ ਵਿੱਚ BJP, ਚਾਹੇ ਉਹ ਪੇਂਡੂ ਖੇਤਰ ਹੈ, ਚਾਹੇ ਉਹ ਸਾਡਾ ਕਸਬਿਆਂ ਵਾਲਾ ਖੇਤਰ ਹੈ, ਚਾਹੇ ਉਹ ਸਾਡਾ ਪਿਓਰ ਸ਼ਹਿਰੀ ਖੇਤਰ ਹੈ, ਉਹਨਾਂ 'ਚ ਤੀਸਰੇ ਨੰਬਰ ਤੇ ਰਹਿ ਰਹੀ ਹੈ 2009 ਦੇ ਵਿੱਚ। ਤੇ ਕਾਂਗਰਸ ਉਹਦੇ ਨਾਲੋਂ ਵੱਧ ਸੀਟਾਂ ਲੈ ਕੇ ਜਾ ਰਹੀ ਹੈ। ਪਰ ਜਦੋਂ ਅਗਲੀਆਂ ਚੋਣਾਂ ਆਈਆਂ 2014 ਦੀਆਂ, ਜਾਂ 2014 ਤੋਂ ਬਾਅਦ ਫਿਰ ਅਗਲੀਆਂ ਚੋਣਾਂ ਆਈਆਂ 19 ਵਾਲੀਆਂ, ਤਾਂ ਉਹਨਾਂ ਦੇ ਵਿੱਚ BJP ਲਗਾਤਾਰ ਵੱਧ ਰਹੀ ਹੈ, ਕਾਂਗਰਸ ਘਟਦੀ ਜਾ ਰਹੀ ਹੈ। ਪਰ ਇਹਨਾਂ ਤਿੰਨਾਂ ਹੀ ਚੋਣਾਂ ਦੇ ਵਿੱਚ 2009 ਵਾਲੀਆਂ, 14 ਵਾਲੀਆਂ, 19 ਵਾਲੀਆਂ 'ਚ ਖੇਤਰੀ ਪਾਰਟੀਆਂ ਅਦਰਸ ਜਿਹੜੇ ਨੇ ਉਹ ਲਗਭਗ ਉੱਥੇ ਹੀ ਰਹਿੰਦੇ ਨੇ ਜੀ। ਉਹਦੇ ਉੱਤੇ ਨਿਸ਼ਾਨਾ ਹੈ। 2009 ਦੇ ਵਿੱਚ ਪ੍ਰਵੀਨ ਜੀ ਪੇਂਡੂ ਖੇਤਰ ਦੀਆਂ 153 ਸੀਟਾਂ ਲੈ ਕੇ ਜਾਂਦੇ ਨੇ ਜਿਹੜੇ ਅਦਰਸ ਨੇ, ਠੀਕ ਹੈ, ਤੇ 2014 ਦੇ ਵਿੱਚੋਂ 135 ਸੀਟਾਂ ਲੈ ਕੇ ਜਾਂਦੇ ਨੇ, ਤੇ 2019 ਦੇ ਵਿੱਚ 120 ਸੀਟਾਂ। ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈ ਰਿਹਾ, ਉਹ ਉੱਥੇ 135, 120।
ਲਗਭਗ ਉਹਦੀ ਇਮੇਜ ਖੜੀ ਹੈ, ਪਰ ਉਧਰ ਦੂਏ ਪਾਸੇ ਉਹ 8-8 10-10 ਤੇ ਰਹਿ ਰਹੀ ਹੈ ਕਾਂਗਰਸ, ਤੇ ਬੀਜੇਪੀ ਦੀਆਂ ਵੱਧ ਰਹੀ ਨੇ। ਇਸੇ ਤਰ੍ਹਾਂ ਜਿਹੜੇ ਕਸਬੇ ਵਾਲਾ ਖੇਤਰ ਹੈ ਸਾਡਾ, ਉੱਥੇ 2009 ਦੇ ਵਿੱਚ ਜਿਹੜੀਆਂ ਇਹ ਅਦਰ ਪਾਰਟੀ ਸੀਗੀਆਂ ਉਹਨਾਂ ਦੀਆਂ 38 ਸੀਟਾਂ ਸੀ ਜੀ, ਤੇ 2014 ਚ ਵੱਧ ਕੇ 47 ਹੋਈਆਂ, ਤੇ 2019 ਚ ਘਟੀਆਂ, ਪਰ 2009 ਤੋਂ ਨਹੀਂ ਘਟੀਆਂ, 39 ਰਹੀਆਂ ਜੀ। ਸੋ 38 47 39 ਲਗਭਗ ਉਹਨਾਂ ਦੀ ਐਵਰੇਜ ਠੀਕ ਰਹੀ। ਫਿਰ ਜਿਹੜਾ ਪਿਓਰ ਸ਼ਹਿਰੀ ਖੇਤਰ ਹੈ ਉਹਦੇ ਵਿੱਚ 2009 ਚ ਇਹਨਾਂ ਅਦਰ ਦੀਆਂ ਸੀਟਾਂ 29 ਰਹੀਆਂ, ਠੀਕ ਹੈ। ਫਿਰ ਉਹ ਤੋਂ ਬਾਅਦ 2014 ਚ ਵੱਧ ਕੇ 34 ਹੋ ਗਈਆਂ, ਫਿਰ ਹੁਣੇ ਹਾਲ ਹੀ ਚ 2019 ਚ 28 ਹੋਈਆਂ ਜੀ। ਸੋ ਇੰਨੀ ਕੇਂਦਰ ਦੀ ਤਾਕਤ, ਭਾਜਪਾ ਦਾ ਇੰਨਾ ਲਾਅ ਲਸ਼ਕਰ, ਇੰਨੀ ਸੱਤਾ ਦਾ ਨਸ਼ਾ, ਪੂਰੀ ਮਸ਼ੀਨਰੀ, ਪੂਰਾ ਪੈਸਾ, ਕਾਰਪੋਰੇਟ ਘਰਾਣੇ, ਵਰਗ ਵੰਡ, ਜਾਤ ਵੰਡ, ਇੰਨੇ ਹਮਲੇ, ਇੰਨਾ ਕੁਛ, ਉਹਦੇ ਬਾਵਜੂਦ ਵੀ ਖੇਤਰੀ ਪਾਰਟੀਆਂ ਦੀ ਆਪਣੀ ਹੋਂਦ, ਆਪਣੀ ਤਾਕਤ ਹੈਗੀ ਆ। ਸੋ ਨਤੀਸ਼ ਨੇ ਇਹ ਅੰਕੜੇ ਬਾਚ ਕੇ ਸਾਰਿਆਂ ਦੇ ਮੂਹਰੇ ਰੱਖੇ ਨੇ ਕਿ ਭਾਈ ਜੇ ਆਪਾਂ ਸਾਰੇ ਇਕੱਠੇ ਹੋ ਜਾਈਏ ਤਾਂ ਇਹ ਚ ਵਾਧਾ ਹੀ ਹੋਊਗਾ। ਇਸ ਤੋਂ ਬਿਨਾ ਉਹਨਾਂ ਨੂੰ ਕਾਂਗਰਸ ਨੂੰ ਨਾਲ ਲਿਆਉਣਾ ਇਸ ਲਈ ਮਜਬੂਰੀ ਹੈ ਕਿ ਕਾਂਗਰਸ 170 ਤੋਂ ਲੈ ਕੇ 200 ਸੀਟਾਂ ਤੱਕ ਸਿੱਧੀ ਮਾਰ ਕਰਦੀ ਹੈ, ਠੀਕ ਹੈ। ਤੇ ਜੇ ਉਹਨਾਂ ਨੂੰ ਲੱਗਦਾ 200 ਸੀਟਾਂ ਤੱਕ ਉਹ ਮਾਰ ਕਰਦੀ ਹੈ ਔਰ 200 ਸੀਟਾਂ ਤੱਕ ਅਸੀਂ ਮਾਰ ਕਰਦੇ ਹਾਂ, ਸਾਡੀ 400 ਤੱਕ ਪਹੁੰਚ ਹੁੰਦੀ ਹੈ। ਤੇ ਨਤੀਸ਼ ਹੋਰੀ 500 ਸੀਟਾਂ ਦਾ ਟਾਰਗੇਟ ਲੈ ਕੇ ਚੱਲ ਰਹੇ ਨੇ ਕਿ 500 ਦੇ ਉੱਤੇ ਮੁਕਾਬਲੇ ਚ ਆਉਣਾ। ਮੁਕਾਬਲੇ ਚੋਂ ਜਿੱਤਣਾ ਵੱਖਰੀ ਗੱਲ ਹੁੰਦੀ ਹੈ, ਮੁਕਾਬਲੇ ਚ ਲਿਆਉਣਾ ਬੀਜੇਪੀ ਨੂੰ ਇਹ ਵੱਡੀ ਸਫਲਤਾ ਹੋਏਗੀ। ਸੋ ਇਸ ਲਈ ਇਸੇ ਨੂੰ ਲੈ ਕੇ ਹੁਣ 200 ਦੇ ਕਰੀਬ ਸੀਟਾਂ ਨੇ ਜਿਹੜੀਆਂ ਬਹੁਤ ਫਸਵੀਆਂ ਨੇ, ਜਿੱਥੇ ਬੀਜੇਪੀ ਕਦੇ ਨਹੀਂ ਆਈ। ਅਮਿਤ ਸ਼ਾਹ ਨੇ ਉਹਨਾਂ ਤੇ ਅੱਖ ਰੱਖੀ ਹੈ, ਸੋ ਤਾਂ ਕਿ ਉਹ 200 ਸੀਟਾਂ। ਇਸ ਲਈ ਨਤੀਸ਼ ਦੇ ਦੌਰੇ ਨੇ ਫਿਕਰਮੰਦੀ ਪਾ ਦਿੱਤੀ ਹੈ ਕਿਤੇ ਨਾ ਕਿਤੇ। ਹਾਂ, ਪਰ ਜਿਸ ਢੰਗ ਨਾਲ ਬੀਜੇਪੀ ਵੱਧਦੀ ਹੈ, ਜਿਸ ਢੰਗ ਨਾਲ ਸੰਘ ਵੱਧਦਾ ਹੈ, ਜਿਸ ਢੰਗ ਨਾਲ ਮੋਦੀ ਹੋਰੀ ਵੱਧਦੇ ਨੇ, ਉਹ ਚਾਲ ਕਿਸੇ ਨੂੰ ਸਮਝ ਨਹੀਂ ਆਉਂਦੀ। ਬਿਲਕੁਲ ਸਹੀ ਹੈ। ਉਹਨਾਂ ਦਾ ਹੁਣ ਮਿਸ਼ਨ ਕਸ਼ਮੀਰ ਜੇਕਰ ਕਾਮਯਾਬ ਹੁੰਦਾ ਹੈ ਤਾਂ ਉਹ ਉਹਨਾਂ ਖੇਤਰਾਂ 'ਚ ਵੀ, ਉਹਨਾਂ ਸੂਬਿਆਂ 'ਚ ਵੀ ਮਾਰ ਕਰੇਗਾ ਜਿੱਥੇ ਲੋਕ ਬੀਜੇਪੀ ਦੀਆਂ ਨੀਤੀਆਂ ਤੋਂ ਅੱਕੇ ਨੇ। ਚਾਹੇ ਉਹ ਯੂਪੀ ਹੋਵੇ, ਚਾਹੇ ਬਿਹਾਰ ਹੋਵੇ, ਚਾਹੇ ਉਹ ਦਿੱਲੀ ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਚਾਹੇ ਹੋਰ ਸੂਬੇ ਹੋਣ ਉਹਨਾਂ ਦੇ, ਚਾਹੇ ਹਰਿਆਣਾ ਹੋਵੇ, ਚਾਹੇ ਹਿਮਾਚਲ ਹੋਵੇ, ਉੱਥੇ ਵੀ ਜਿਹੜੇ ਲੋਕ ਇਹਨਾਂ ਦੀਆਂ ਕੇਂਦਰੀ ਨੀਤੀਆਂ ਤੋਂ, ਲੁੱਟ ਮਾਰੂ ਨੀਤੀਆਂ ਤੋਂ, ਵਪਾਰੀ ਵਰਗ ਵੀ ਪਰੇਸ਼ਾਨ ਹੈ, ਆਮ ਵਰਗ ਵੀ ਪਰੇਸ਼ਾਨ ਹੈ। ਪਰ ਜੇਕਰ ਇਹਨਾਂ ਨੇ ਉੱਥੇ ਹਿੰਦੂਵਾਦ ਦਾ ਪੱਤਾ ਚਲਾ ਲਿਆ ਜੰਮੂ ਕਸ਼ਮੀਰ 'ਚ, ਜਿਹੜੀ ਇਹਨਾਂ ਦੀ ਖੇਡ ਹੈ, ਅਸੀਂ ਨਹੀਂ ਕਹਿੰਦੇ ਕਿ ਹਰੇਕ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ, ਜੇਕਰ ਉੱਥੇ ਹਿੰਦੂ ਭਾਈਚਾਰੇ 'ਚੋਂ ਬਣਦਾ ਮੁੱਖ ਮੰਤਰੀ ਬਣਨਾ ਚਾਹੀਦਾ, ਪਰ ਉਹ ਲੋਕ ਚੁਣਨ, ਤੁਸੀਂ ਨਹੀਂ। ਸੋ ਇਹ ਜਿਹੜੀ ਉੱਥੇ ਹੁਣ ਮਿਸ਼ਨ ਕਸ਼ਮੀਰ ਹੈ, ਉਹ ਕਮਾਲ ਦੀ ਖੇਡ ਹੈ ਇਹਨਾਂ ਦੀ ਪ੍ਰਵੀਨ ਜੀ। ਉਹਦੇ ਵਿੱਚ ਇਹਨਾਂ ਨੇ ਜਿਹੜਾ ਫਾਰਮੂਲਾ ਕੱਢਿਆ ਮੋਦੀ ਜੀ ਨੇ ਜਾਂ ਸੰਘ ਨੇ, ਉਹ ਇਹਨਾਂ ਨੇ ਨਿਸ਼ਾਨਾ ਬਣਾਇਆ ਕਿ ਉੱਥੇ 83 ਸੀਟਾਂ ਨੇ ਜੀ। ਪਹਿਲਾਂ ਤਾਂ ਸੀਟਾਂ 90 ਕਰੋ, 90 ਚੋਂ 1 ਜਾਂ 2 ਸੀਟਾਂ ਨੇ ਜਿਹੜੀਆਂ ਕਸ਼ਮੀਰ ਘਾਟੀ 'ਚ ਵਧਣੀਆਂ, ਬਾਕੀ ਸਾਰੀਆਂ ਜੰਮੂ 'ਚ ਵਧਣੀਆਂ। ਤੇ ਜੰਮੂ ਵਾਲੀਆਂ ਸੀਟਾਂ ਜੇਕਰ 1 ਤੋਂ 2 ਹੁੰਦੀਆਂ ਨੇ ਕੋਈ ਵੀ, ਤਾਂ ਉੱਥੇ ਇਹਨਾਂ ਨੂੰ ਲੱਗਦਾ ਕਿ ਸਾਡਾ ਕਬਜ਼ਾ, ਸਾਡੀਆਂ 1 ਤੋਂ ਆਪਣੇ ਆਪ 2 ਹੋ ਗਈਆਂ ਜੀ। ਫਿਰ ਉੱਥੇ ਜਿਹੜਾ 75 ਲੱਖ ਦੇ ਕਰੀਬ ਵੋਟਰ ਹੈ ਹੁਣ, ਉਹ ਵੱਧ ਕੇ ਕਹਿੰਦੇ 1 ਕਰੋੜ ਹੋ ਜਾਣਾ। ਬੇਸ਼ੱਕ ਦਾਅਵੇ ਕੀਤੇ ਜਾ ਰਹੇ ਨੇ ਕਿ ਨਹੀਂ ਜੀ ਕੋਈ ਵਾਧਾ ਨਹੀਂ, ਅਜਿਹਾ ਤਾਂ ਰੂਟੀਨ ਕਾਰਵਾਈ ਆ, ਪਰ ਉੱਥੇ ਦੇ ਲੋਕ, ਰਾਜਨੀਤਿਕ ਮਾਹਰ ਇਸ ਗੱਲ ਦੇ ਉੱਤੇ ਹਾਮੀ ਭਰ ਰਹੇ ਨੇ ਕਿ ਬਿਲਕੁਲ ਉਹਦੇ ਵਿੱਚ ਜਿਹੜਾ 25 ਲੱਖ ਵੋਟਰ ਵਧਣਾ, ਉਹਦੇ ਵਿੱਚੋਂ 4-5 ਲੱਖ ਹੀ ਲੋਕਲ ਹੋਣਾ, ਬਾਕੀ ਸਾਰਾ ਉਹ ਆ ਜਿਹੜਾ ਬਾਹਰਲੇ ਸੂਬਿਆਂ ਤੋਂ ਇੱਥੇ ਕੰਮ ਲਈ ਆਇਆ ਹੋਇਆ ਹੈ, ਜਾਂ ਕਿਸੇ ਰੁਜ਼ਗਾਰ ਲਈ ਆਇਆ ਹੋਇਆ, ਜਾਂ ਟੈਂਪਰੇਰੀ ਸ਼ਿਫਟ ਹੋਇਆ ਹੋਇਆ, ਜਾਂ ਨੌਕਰੀ ਪੇਸ਼ੇ ਲਈ ਆਇਆ ਹੋਇਆ। ਉਹ 20 ਲੱਖ ਦੇ ਕਰੀਬ ਹੈ ਜਿਹੜਾ ਸਿੱਧਾ ਬੀਜੇਪੀ ਨੂੰ ਲੱਗਦਾ ਕਿ ਸਾਨੂੰ ਇਹ ਪੈਣਾ ਜੀ। ਸੋ ਇਸ ਲਈ ਉੱਥੇ ਜਿਹੜੀਆਂ 5 ਪਾਰਟੀਆਂ ਦਾ ਗੱਠਜੋੜ ਹੈ, ਉਹ ਇਸ ਨੂੰ ਮੁੱਦਾ ਬਣਾਉਣਗੀਆਂ, ਤੇ ਜਦੋਂ ਇਹ ਮੁੱਦਾ ਬਣੂਗਾ ਤਾਂ ਬਾਕੀ ਸਾਰੀਆਂ ਧਿਰਾਂ ਬੀਜੇਪੀ ਦੇ ਝੰਡੇ ਥੱਲੇ ਆ ਜਾਣਗੀਆਂ। ਔਰ ਜਿਹੜੀਆਂ 5 ਪਾਰਟੀਆਂ ਦਾ ਗੱਠਜੋੜ ਹੈ, ਉਹਨਾਂ ਦੀ ਵੋਟ ਕੱਟਣ ਲਈ ਇਹਨਾਂ ਕੋਲ ਗੁਲਾਮ ਨਬੀ ਆਜ਼ਾਦ ਹੈ। ਗੁਲਾਮ ਨਬੀ ਆਜ਼ਾਦ ਦੀ ਭਰਮੀ ਰੈਲੀ 'ਚ ਜੀ ਬੀਜੇਪੀ ਦੇ ਵਰਕਰ ਉਸ ਦੇ ਝੰਡੇ ਲੈ ਕੇ ਗਏ ਸੀ। ਬੀਜੇਪੀ ਨੇ ਗੁਲਾਮ ਨਬੀ ਆਜ਼ਾਦ ਦੀ ਰੈਲੀ ਨੂੰ ਸਫਲ ਬਣਾਉਣ 'ਚ ਵੱਡਾ ਯੋਗਦਾਨ ਪਾਇਆ, ਕਿਉਂਕਿ ਕਾਂਗਰਸ ਰੋਕ ਰਹੀ ਸੀ, ਬੀਜੇਪੀ ਸਫਲ ਬਣਾਉਣਾ ਚਾਹੁੰਦੀ ਸੀ, ਤਾਂ ਕਿ ਜਿਹੜਾ ਉਹ 5 ਪਾਰਟੀਆਂ ਦਾ ਗੱਠਜੋੜ, ਜਿਹੜੀਆਂ ਸਥਾਨਕ ਪਾਰਟੀਆਂ ਨੇ, ਜਿਹੜੀਆਂ ਮੁਸਲਿਮ ਭਾਈਚਾਰੇ ਨੂੰ ਲੀਡ ਕਰਦੀਆਂ ਨੇ, ਸਥਾਨਕ ਲੋਕਾਂ ਨੂੰ ਉੱਥੇ ਨੂੰ ਲੀਡ ਕਰਦੀਆਂ ਨੇ, ਉਹਨਾਂ ਦਾ ਵੋਟ ਤੋੜ ਸਕੇ ਗੁਲਾਮ ਨਬੀ ਆਜ਼ਾਦ, ਤੇ ਜਿਹਦੇ ਨਾਲ ਬੀਜੇਪੀ ਨੂੰ ਫਾਇਦਾ ਹੋ ਸਕੇ। ਸੋ ਬੀਜੇਪੀ, ਮੋਦੀ ਦਾ ਮਿਸ਼ਨ ਕਸ਼ਮੀਰ ਆ ਕਿ ਜੇਕਰ ਉੱਥੇ ਮੈਂ ਹਿੰਦੂ ਨੂੰ ਮੁੱਖ ਮੰਤਰੀ ਬਣਾਉਣ 'ਚ ਕਾਮਯਾਬ ਹੋ ਗਿਆ ਤਾਂ ਮੈਂ ਉਹਦਾ ਲਾਹਾ ਯੂਪੀ 'ਚ ਵੀ ਲਊਂਗਾ, ਮੈਂ ਉਹਦਾ ਲਾਹਾ ਬਿਹਾਰ 'ਚ ਵੀ ਲਊਂਗਾ, ਮੈਂ ਉਹਦਾ ਲਾਹਾ ਮਹਾਰਾਸ਼ਟਰ 'ਚ ਵੀ ਲਊਂਗਾ, ਮੈਂ ਉਹਦਾ ਲਾਹਾ ਹਿਮਾਚਲ ਹਰਿਆਣਾ 'ਚ ਵੀ ਲਊਂਗਾ। ਸੋ ਜਿਹੜੀ ਆਹ ਖੇਡ ਹੈ, ਉਸ ਖੇਡ 'ਚ ਜੇਕਰ ਕਾਮਯਾਬ ਹੋਏ, ਫਿਰ ਨਤੀਸ਼ ਹੋਰਾਂ ਨੂੰ ਕੋਈ ਨਵਾਂ ਦਾ ਵੀ ਸੋਚਣਾ ਪੈਣਾ। ਬੇਸ਼ੱਕ ਇਸ ਵਾਰ ਦੀਆਂ ਚੋਣਾਂ 2024 ਦੀਆਂ ਬੀਜੇਪੀ ਲਈ ਵੀ ਆਸਾਨ ਨਹੀਂ ਹੋਣਗੀਆਂ, ਜੇਕਰ ਵਿਰੋਧੀ ਧਿਰਾਂ ਇੱਕ ਸੁਰ ਤੇ ਇਕਜੁੱਟ ਹੋਈਆਂ।
ਜੀ ਜੀ ਬਿਲਕੁਲ ਚੁਣੌਤੀਆਂ ਮਿਲ ਸਕਦੀਆਂ ਨੇ। ਇਹ ਨਹੀਂ ਹੈ ਕਿ ਕੋਈ ਅਜਿੱਤ ਹੈ। ਸਾਰੀ ਦੁਨੀਆ ਹੀ ਜਿਹੜੀ ਆ ਉਹ ਅਜਿੱਤ ਕੋਈ ਆਪਦੇ ਆਪ 'ਚ ਦਾਅਵਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਬਿਲਕੁਲ। ਸਿਆਸੀ ਸਮੀਕਰਨ, ਸਮਾਂ, ਸਥਾਨ, ਸਥਿਤੀਆਂ ਕਦੇ ਵੀ ਇਕਸਾਰ ਨਹੀਂ ਰਹਿੰਦੇ, ਬਦਲਦੇ ਰਹਿੰਦੇ ਨੇ। ਅਗਲੀ ਖਬਰ ਵੱਲ ਵਧੀਏ ਤੇ ਗੱਲ ਕਰੀਏ ਮੋਦੀ ਸਾਹਿਬ ਦੇ ਸ਼ਰੀਕ ਦੀ, ਜਿਹੜੇ ਕਿ ਹੈ ਤਾਂ ਸਰਕਾਰ 'ਚ ਹੀ ਪਰ ਹੈਗੇ ਸ਼ਰੀਕ ਨੇ, ਗਡਕਰੀ ਸਾਹਿਬ। ਕਹਿੰਦੇ ਕਾਰ ਤੇ ਬੈਠਣਾ ਮੋਹਰਲੀ ਸੀਟ ਤੇ ਨਹੀਂ, ਚਲਾਨ ਹੁਣ ਜੇ ਪਿਛਲੀ ਸੀਟ ਤੇ ਵੀ ਬੈਲਟ ਨਾ ਲੱਗੀ ਹੋਈ ਤਾਂ ਹੋ ਸਕਦਾ ਚਲਾਨ। ਪ੍ਰਵੀਨ ਜੀ, ਇਹ ਖਾਸ ਕਰਕੇ ਜਦੋਂ ਹੁਣ ਟਾਟਾ ਦੇ ਜਿਹੜੇ ਸਾਬਕਾ ਮੁਖੀ ਰਹੇ ਨੇ, ਸਮਝ ਲਓ ਜਿਹੜੇ ਉਹਨਾਂ ਦੀ ਅਗਵਾਈ ਕਰਦੇ ਰਹੇ ਨੇ ਆਫੀਸ਼ੀਅਲੀ, ਉਹ ਜਿਹੜੇ ਮਿਸਤਰੀ ਹੋਰਾਂ ਦਾ ਜਦੋਂ ਸੜਕ ਹਾਦਸੇ 'ਚ ਦੇਹਾਂਤ ਹੁੰਦਾ, ਉਸ ਤੋਂ ਬਾਅਦ ਇਸ ਗੱਲ ਦੇ ਉੱਤੇ ਜ਼ਿਆਦਾ ਗੌਰ ਕੀਤਾ ਗਿਆ। ਕਿਉਂਕਿ ਆਪਾਂ ਪੰਜਾਬ 'ਚ ਵੀ ਦੇਖਿਆ ਸੀ, ਜਦੋਂ ਜਸਵਾਲ ਭੱਟੀ ਹੋਰਾਂ ਨਾਲ ਹਾਦਸਾ ਵਾਪਰਦਾ, ਮੁਰਲੀ ਸੀਟ ਤੇ ਬੈਠਿਆ ਬੰਦਿਆਂ ਨੇ ਸੀਟ ਬੈਲਟ ਲਾਈ ਸੀ ਤੇ ਉਹ ਫੱਟੜ ਹੋਏ ਤੇ ਭੱਟੀ ਸਾਹਿਬ ਪਿਛਲੀ ਸੀਟ ਤੇ ਬੈਠੇ ਵੀ ਨਹੀਂ ਬਚ ਸਕੇ। ਇਸੇ ਤਰ੍ਹਾਂ ਇਸ ਮਾਮਲੇ 'ਚ ਵੀ ਜਿਹੜੇ ਮੁਰਲੀ ਸੀਟ ਤੇ ਬੈਠੇ ਸੀ, ਜਿੰਨੀ ਸਪੀਡ ਨਾਲ ਐਕਸੀਡੈਂਟ ਹੁੰਦਾ, ਮੁਰਲੇ ਬੰਦੇ ਜ਼ਖਮੀ ਹੁੰਦੇ ਨੇ ਤੇ ਪਿਛਲੀ ਸੀਟ ਤੇ ਬੈਠੇ ਦੋਵੇਂ ਸਾਥੀ ਜਾਨ ਗਵਾ ਲੈਂਦੇ, ਕਿਉਂਕਿ ਝਟਕਾ ਇੰਨੀ ਜ਼ੋਰਦਾਰ ਲੱਗਦਾ। ਅਕਸਰ ਜ਼ਿਆਦਾਤਰ ਇਸ ਮਾਮਲਿਆਂ ਦੇ ਵਿੱਚ ਗਰਦਨ ਦੀ ਹੱਡੀ ਦਾ ਟੁੱਟਣਾ, ਸੋ ਉਸ ਦੇ ਨਾਲ ਝਟਕੇ ਨਾਲ ਹੀ ਹੁੰਦਾ। ਤੇ ਸੀਟ ਬੈਲਟ ਜੇਕਰ ਲੱਗੀ ਹੋਵੇ ਤਾਂ ਉਹਦੇ ਨਾਲ ਥੋੜਾ ਜਿਹਾ ਬਚਾਅ ਦਾ ਮਤਲਬ ਕਿ ਉਮੀਦ ਬਹੁਤ ਵੱਡੀ ਆ। ਖਾਸ ਕਰਕੇ ਪੁਰਾਣੀਆਂ ਗੱਡੀਆਂ 'ਚ ਜਿਨ੍ਹਾਂ ਦੇ ਵਿੱਚ ਏਅਰ ਬੈਗਸ ਵੀ ਨਹੀਂ ਸੀਗੇ, ਉਹਨਾਂ 'ਚ ਵੀ ਜੇਕਰ ਲੋਕਾਂ ਨੇ ਸੀਟ ਬੈਲਟ ਲਾਈ ਹੈ ਤਾਂ ਵੀ ਕਾਫੀ ਹੱਦ ਤੱਕ ਬਚਾਅ ਹੋਇਆ। ਪਰ ਮੈਂ ਮਾਹਿਰਾਂ ਦੀ ਰਾਏ ਪੜ੍ਹ ਰਿਹਾ ਸੀ ਉਸ ਘਟਨਾ ਤੋਂ ਬਾਅਦ, ਉਹਦੇ ਵਿੱਚ ਇੱਕ ਪੱਖ ਬਹੁਤ ਕਮਾਲ ਦਾ ਮੈਂ ਜਿਹੜਾ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦਾ। ਉਹ ਕਹਿੰਦੇ ਕਿ ਜੇਕਰ ਤੁਸੀਂ ਸੀਟ ਬੈਲਟ ਨਹੀਂ ਲਾਈ, ਚਾਹੇ ਮੁਰਲੀ ਸੀਟ ਤੇ ਬੈਠੇ ਹੋ ਚਾਹੇ ਪਿਛਲੀ ਸੀਟ ਤੇ ਬੈਠੇ ਹੋ, ਤੁਹਾਡੀ ਗੱਡੀ ਚਾਹੇ 6 ਏਅਰ ਬੈਗ ਨੇ, ਚਾਹੇ 2 ਨੇ, ਚਾਹੇ 8 ਨੇ, ਅੱਛਾ, ਉਹ ਏਅਰ ਬੈਗ ਵੀ ਤੁਹਾਨੂੰ ਨਹੀਂ ਬਚਾ ਸਕਦੇ ਜੇਕਰ ਸੀਟ ਬੈਲਟ ਤੁਸੀਂ ਨਹੀਂ ਲਾਈ ਹੋਈ। ਕਿਉਂਕਿ ਉਹਨਾਂ ਦੀ ਲੋਕੇਸ਼ਨ, ਉਹਨਾਂ ਦੀ ਨਿਕਲਣ ਦੀ ਉਸੇ ਢੰਗ ਨਾਲ ਹੈ ਕਿ ਉਧਰੋਂ ਬੰਦੇ ਨੇ ਸੀਟ ਬੈਲਟ ਲਾਈ ਹੋਊਗੀ, ਉਹ ਇੱਥੇ ਤੱਕ ਆ ਸਕਦਾ, ਉਹ ਇਸ ਪੋਜੀਸ਼ਨ 'ਚ ਆ ਸਕਦਾ ਤੇ ਉਸ ਤਰ੍ਹਾਂ ਉਹਨੇ ਕਵਰ ਕਰਨਾ ਹੈ ਏਅਰ ਬੈਗ ਨੇ। ਜੇਕਰ ਤੁਸੀਂ ਸੀਟ ਬੈਲਟ ਨਹੀਂ ਲਾਈ ਤਾਂ ਤੁਸੀਂ ਉਸ ਪੋਜੀਸ਼ਨ 'ਚ ਰਹਿਣਾ ਹੀ ਨਹੀਂਗਾ, ਤੁਸੀਂ ਏਅਰ ਬੈਗ ਦੇ ਦਾਇਰੇ 'ਚ ਨਹੀਂ ਆ ਸਕਦੇ, ਤੁਸੀਂ ਗਲਤ ਪਾਸੇ ਜਾ ਸਕਦੇ, ਉਲਟਾ ਏਅਰ ਬੈਗ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਕਹਿੰਦੇ। ਬਿਲਕੁਲ। ਸੋ ਇਸ ਲਈ ਹੁਣ ਬੇਸ਼ੱਕ ਨਿਤਿਨ ਗਡਕਰੀ ਹੋਰੀ ਇਸ ਮਾਮਲਿਆਂ 'ਚ ਲਗਾਤਾਰ ਕੰਮ ਕਰ ਰਹੇ ਨੇ। ਉਹ ਗੱਡੀਆਂ ਦੀ ਸਿਕਿਉਰਿਟੀ ਨੂੰ ਲੈ ਕੇ, ਗੱਡੀਆਂ ਦੀ ਤਾਕਤ ਨੂੰ ਲੈ ਕੇ, ਰੋਡ ਐਕਸੀਡੈਂਟ ਨੂੰ ਲੈ ਕੇ ਉਹਨਾਂ ਨੇ ਬਕਾਇਦਾ ਹਦਾਇਤ ਕਰ ਦਿੱਤੀ ਹੈ ਕਿ 8 ਬੰਦਿਆਂ ਵਾਲੀ ਜਿਹੜੀਆਂ ਤੱਕ 8 ਸਵਾਰੀਆਂ ਬੈਠਣ ਵਾਲੀ ਤੱਕ ਗੱਡੀਆਂ ਨੇ, ਉਹਨਾਂ 'ਚ 6 ਏਅਰ ਬੈਗ ਘੱਟੋ ਘੱਟ ਹੋਣੇ ਲਾਜ਼ਮੀ ਹੋਣੇ ਚਾਹੀਦੇ ਨੇ। ਸੋ ਇਸ ਤੇ ਉਹ ਕੰਮ ਕਰ ਰਹੇ ਨੇ। ਪਰ ਹੁਣ ਉਹ ਕਹਿੰਦੇ ਕਿ ਸੀਟ ਬੈਲਟ ਪਿਛਲੀ ਤੇ ਬੈਠਣ ਦਾ ਜੁਰਮਾਨਾ ਤਾਂ ਸਾਡੀ ਤਜਵੀਜ਼ 'ਚ ਪਹਿਲਾਂ ਵੀ ਹੈਗਾ, ਹਾਂਜੀ, ਪਰ ਉਸ ਨੂੰ ਕਦੇ ਅਸੀਂ ਗੰਭੀਰਤਾ ਨਾਲ ਲਿਆ ਹੀ ਨਹੀਂ। ਉਹ ਕਹਿੰਦੇ ਕਿ ਹੁਣ ਅਸੀਂ ਕੰਪਨੀਆਂ ਨੂੰ ਹਦਾਇਤ ਕਰ ਰਹੇ ਹਾਂ ਬਕਾਇਦਾ। ਪਹਿਲਾਂ ਪ੍ਰਵੀਨ ਜੀ ਪੰਜਾਬ 'ਚ ਜਾਂ ਦੇਸ਼ 'ਚ, ਭਾਰਤ 'ਚ ਜਿਹੜੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ 'ਚ ਕਿਸੇ 'ਚ ਬੀਪ ਨਹੀਂ ਹੁੰਦੀ ਸੀ, ਉਹ ਸਾਇਰਨ ਨਹੀਂ ਹੁੰਦਾ ਸੀ ਕਿ ਹਾਂ ਸੀਟ ਬੈਲਟ ਜਾਂ ਦਰਵਾਜ਼ਾ ਜੇਕਰ ਬੰਦ ਨਹੀਂ ਆ, ਸੀਟ ਬੈਲਟ ਨਹੀਂ ਲੱਗੀ ਆ ਤਾਂ ਉਹ ਨਹੀਂ ਵੱਜਦਾ ਸੀ, ਹੈ ਨਾ। ਸੋ ਪਹਿਲਾਂ ਫਿਰ ਡਰਾਈਵਰ ਲਈ ਆਇਆ ਇਕੱਲਾ ਕਿ ਹਾਂ ਡਰਾਈਵਰ ਦੀ ਸੀਟ ਬੈਲਟ, ਫਿਰ ਉਹ ਸਾਈਡ ਵਾਲੇ ਨਾਲ ਵਾਲੀ ਸੀਟ ਲਈ ਵੀ ਆ ਗਿਆ, ਫਰੰਟ ਵਾਲੀਆਂ ਦੋਨੇ ਸੀਟਾਂ ਲਈ ਆ ਗਿਆ ਕਿ ਭਾਈ ਦੋਵਾਂ ਦੀ ਸੀਟ ਬੈਲਟ ਜੇ ਨਹੀਂ ਲੱਗੀ ਤਾਂ ਉਹ ਆਵਾਜ਼ ਦਿੰਦਾ। ਤੇ ਹੁਣ ਗਡਕਰੀ ਸਾਹਿਬ ਕਹਿੰਦੇ ਕਿ ਅਸੀਂ ਪਿਛਲੀਆਂ ਸੀਟਾਂ ਤੇ ਵੀ ਲਾਜ਼ਮੀ ਕਰਾਂਗੇ ਕਿ ਪਿਛਲੀਆਂ ਸੀਟਾਂ ਤੇ ਉੱਤੇ ਸੀਟ ਬੈਲਟ ਲਾਉਣਾ ਜ਼ਰੂਰੀ ਹੋਵੇ, ਜੇ ਨਹੀਂ ਲਾਉਂਗੇ ਤਾਂ ਜੁਰਮਾਨਾ ਹੋਵੇ। ਔਰ ਕੰਪਨੀਆਂ ਨੂੰ, ਕਾਰ ਕੰਪਨੀਆਂ ਨੂੰ ਹਦਾਇਤ ਕਰ ਰਹੇ ਹਾਂ ਕਿ ਭਾਈ ਉੱਥੇ ਵੀ ਉਹ ਸਾਇਰਨ ਸਿਸਟਮ, ਬੀਪ ਸਿਸਟਮ ਕਰੋ ਕਿ ਜੇਕਰ ਨਹੀਂ ਸੀਟ ਬੈਲਟ ਤਾਂ ਆਵਾਜ਼ ਹੋਵੇ। ਸੋ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਤਿਆਰ ਕੀਤੀ ਹੈ ਰਿਪੋਰਟ ਤਾਂ ਕਿ ਇਹ ਘਟਨਾ ਨਾ ਵਾਪਰੇ। ਕਿਉਂਕਿ ਜਿਹੜਾ ਮੈਂ ਨਿਯਮ ਦੇਖ ਰਿਹਾ ਸੀ, ਕੇਂਦਰੀ ਮੋਟਰ ਜਿਹੜਾ ਸਾਡਾ ਮਤਲਬ ਕਿ ਐਕਟ 138(3) ਦੇ ਤਹਿਤ 1000 ਰੁਪਏ ਜੁਰਮਾਨੇ ਦੀ ਹਦਾਇਤ ਹੈਗੀ ਹੈ ਜੀ। ਸੋ ਉਸ ਦੇ ਬਾਵਜੂਦ ਜੁਰਮਾਨਾ ਨਹੀਂ ਲੱਗਦਾ। ਇੱਥੇ ਤਾਂ ਫਾਰਮੂਲੇ ਹੈਗੇ ਆਪਣੇ ਕੋਲ, ਤਾਂ ਕਮਾਲ ਹੈ ਪ੍ਰਵੀਨ ਜੀ। ਉਹ ਜਦੋਂ ਲੋਕ ਕੈਨੇਡਾ ਬਾਰੇ ਦੱਸਦੇ ਹੁੰਦੇ ਸੀ, ਅਮਰੀਕਾ ਬਾਰੇ ਦੱਸਦੇ ਹੁੰਦੇ ਕਿ ਉੱਥੇ ਭਾਈ ਜੁੱਤੇ ਪਾਲਿਸ਼ ਵਾਲੀ ਮਸ਼ੀਨ ਲੱਗੀ ਆ, ਇੱਕ ਬੂਟ ਪਾ ਦਿਓ ਤਾਂ ਉਹ ਪਾਲਿਸ਼ ਕਰ ਦਿੰਦੀ ਆ, ਤੇ ਜੇ ਦੂਆ ਪਾਓਗੇ ਤਾਂ ਉਹ ਪੈਰ ਫੜ ਲੈਂਦੀ ਆ ਕਿ ਪੈਸੇ ਪਾਓ ਫਿਰ ਛੱਡੂ। ਕਹਿੰਦੇ ਆਪਣੇ ਲੋਕ ਇੱਕ ਬੂਟ ਇੱਕ ਮਸ਼ੀਨ ਤੇ ਪਾਲਿਸ਼ ਕਰਾਉਂਦੇ ਸੀ, ਦੂਆ ਜਾ ਕੇ ਦੂਏ ਥਾਂ ਤੇ ਕਰਾ ਦਿੰਦੇ ਸੀ। ਸੋ ਇਸ ਲਈ ਉਹੀ ਜਿਹੀਆਂ ਸਕੀਮਾਂ ਇੱਥੇ ਵੀ ਲੋਕਾਂ ਨੇ ਕੱਢੀਆਂ ਹੋਈਆਂ। ਉਹ ਆਵਾਜ਼ ਆਉਂਦੀ ਹੈ ਤਾਂ ਪਿਛਲੇ ਪਿੱਠ ਦੇ ਪਿਛਲੇ ਪਾਸਿਓਂ ਸੀਟ ਬੈਲਟ ਲਾ ਲੈਂਦੇ ਨੇ, ਲਾ ਲੈਂਦੇ ਆ। ਇਹ ਸਹੀ ਹੈ ਤੁਹਾਡੀ ਗੱਲ ਕਿ ਕਮਾਲ ਹੈ। ਚੰਡੀਗੜ੍ਹ 'ਚ ਆਉਂਦੇ ਹੀ ਉਹਨੂੰ ਉੱਪਰੋਂ ਘੁਮਾ ਕੇ ਅੱਗੇ ਕਰ ਲੈਂਦੇ ਨੇ ਤੇ ਚੰਡੀਗੜ੍ਹ ਦੀ ਹੱਦ ਲੰਘਦੇ ਹੀ ਘੁਮਾ ਕੇ ਪਿੱਛੇ ਛੱਡ ਦਿੰਦੇ ਨੇ। ਮਤਲਬ ਸਾਡੇ ਲੋਕ ਸੀਟ ਬੈਲਟ ਨੂੰ ਜੁਰਮਾਨਾ ਲੱਗਣ ਤੋਂ ਬਚਣ ਦਾ ਹੀ ਹਥਿਆਰ ਸਮਝਦੇ ਨੇ। ਅਜੇ ਤੱਕ ਅਸੀਂ ਇਹ ਸਮਝੇ ਨਹੀਂ ਸਕੇ ਕਿ ਉਹ ਜਾਨ ਬਚਾਉਣ ਲਈ ਕਿੰਨਾ ਜ਼ਰੂਰੀ ਹੈ। ਸੋ ਜਦੋਂ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਤਦ ਤੱਕ ਇਹ ਜੁਰਮਾਨੇ ਵੀ ਭਰਨਗੇ ਲੋਕ, ਤਦ ਤੱਕ ਇਹ ਚਤਰਾਈਆਂ ਵੀ ਕਰਨਗੇ। ਲੋਕਾਂ ਨੂੰ ਚੇਤਨ ਕਰਨ ਦੀ ਬਹੁਤ ਵੱਡੀ ਲੋੜ ਹੈ। ਨਿਤਿਨ ਗਡਕਰੀ ਹੋਰੀ ਜਿਸ ਮਤਲਬ ਕਿ ਤਨਦੇਹੀ ਨਾਲ ਆਪਣੇ ਖੇਤਰ 'ਚ, ਆਪਣੇ ਵਿਭਾਗ 'ਚ ਕੰਮ ਕਰਦੇ ਨੇ, ਇਹ ਬਿਲਕੁਲ ਮਤਲਬ ਕਿ ਬੀਜੇਪੀ ਲਈ ਚੁਣੌਤੀ ਵੀ ਬਣਦੇ ਨੇ, ਹੋਰ ਲੀਡਰਾਂ ਲਈ ਵੀ ਚੁਣੌਤੀ ਬਣਦੇ ਨੇ। ਔਰ ਸ਼ਰੀਕ, ਤੁਸੀਂ ਬਿਲਕੁਲ ਦਰੁਸਤ ਸ਼ਬਦ ਵਰਤਿਆ
ਕਿ ਨਰਿੰਦਰ ਮੋਦੀ ਲਈ ਸ਼ਰੀਕ ਬਣ ਕੇ ਉੱਭਰ ਰਹੇ ਨੇ, ਕਿ ਨਰਿੰਦਰ ਮੋਦੀ ਨੂੰ ਜੇਕਰ ਖਤਰਾ ਲੱਗਦਾ ਹੁਣ ਕਿਸ ਤੋਂ, ਇਸੇ ਲੀਡਰ ਤੋਂ ਲੱਗਦਾ ਕਿ ਜੇ ਸੰਘ ਨੇ ਅਗਲੀ ਵਾਰ ਇਹਨੂੰ ਰਾਜ ਤਿਲਕਣਾ ਕਰ ਦੇਣ, ਕਿਤੇ ਮੇਰੀ ਛੁੱਟੀ ਨਾ ਹੋ ਜਾਵੇ। ਸੋ ਆਹ ਜਿਹੜਾ ਡਰ ਹੈਗਾ, ਇਸ ਲਈ ਉਹ ਕਦੇ ਅਮਿਤ ਸ਼ਾਹ ਨੂੰ, ਕਦੇ ਯੋਗੀ ਜੀ ਨੂੰ ਅੱਗੇ ਵਧਾਉਂਦੇ ਨੇ, ਕਦੇ ਕੋਈ ਹੋਰ ਮੁੱਦਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਨਿਤਿਨ ਗਡਕਰੀ ਹੋਰੀ ਆਪਣੇ ਵਿਭਾਗ 'ਚ ਰਹਿ ਕੇ, ਆਪਣੇ ਦਾਇਰੇ 'ਚ ਰਹਿ ਕੇ ਚੁੱਪਚਾਪ ਕੰਮ ਕਰਦੇ ਨੇ, ਔਰ ਇਸੇ 'ਚ ਉਹਨਾਂ ਦੀ ਫਿਕਰਮੰਦੀ ਸਾਹਮਣੇ ਆਉਂਦੀ ਹੈ। ਉਹ ਕਹਿੰਦੇ ਕਿ ਸੜਕ ਹਾਦਸਿਆਂ ਨੂੰ ਘਟਾਉਣਾ ਸਾਡੀ ਕਵਾਇਦ ਹੈ। ਭਾਰਤ ਦੇ ਵਿੱਚ ਮਤਲਬ ਜਿਹੜੀਆਂ ਮੁੱਖ ਸੜਕਾਂ ਨੇ ਸਾਡੀਆਂ, ਉਹਦੇ 3 ਸਾਲਾਂ ਦੇ ਵਿੱਚ 80,000 ਹਾਦਸੇ ਉਹਨਾਂ ਥਾਵਾਂ ਤੇ ਹੋਏ ਨੇ ਜਿਹਨੂੰ ਬਲੈਕ ਹੋਲਸ ਕਿਹਾ ਜਾਂਦਾ। ਸੋ ਇਹ ਬਹੁਤ ਵੱਡੀ ਗਿਣਤੀ ਹੈ ਸਾਡੀ, ਜਿਹੜੇ ਬਲੈਕ ਹੋਲਸ ਦੀ ਥਾਵਾਂ ਨੇ 80,000 ਹਾਦਸੇ ਹੋਏ ਨੇ। ਔਰ ਜੇਕਰ 500 ਮੀਟਰ ਦੇ ਦਾਇਰੇ ਦੇ ਵਿੱਚ ਇੱਕ ਸਾਲ ਦੇ ਵਿੱਚ ਕਿਸੇ ਥਾਂ ਦੇ ਉੱਤੇ 4 ਜਾਂ 5 ਐਕਸੀਡੈਂਟ ਹੋ ਜਾਣ ਤਾਂ ਉਸ ਨੂੰ ਬਲੈਕ ਹੋਲ ਮੰਨਿਆ ਜਾਂਦਾ ਕਿ ਭਾਈ ਅੰਨੀ ਥਾਂ ਹੈ, ਅੰਨਾ ਇੱਥੇ ਕੋਈ ਨਿਸ਼ਾਨ ਹੈ। ਤਾਂ ਇਸ ਨੂੰ ਲੈ ਕੇ ਬਕਾਇਦਾ ਤੌਰ ਤੇ ਗਡਕਰੀ ਨੇ ਕਿਹਾ ਕਿ ਅਸੀਂ ਟਾਰਗੇਟ ਮਿੱਥਿਆ ਕਿ ਸਾਲ ਦੇ ਵਿੱਚ ਉਹ ਸਾਰੀਆਂ ਥਾਵਾਂ ਦੇ ਉੱਤੇ ਸਹੀ ਸਾਈਨ ਬੋਰਡ, ਸਹੀ ਨਿਸ਼ਾਨ, ਸਹੀ ਸੂਚਨਾਵਾਂ ਉਹ ਸਾਰੀਆਂ ਲੱਗਣ, ਤਾਂ ਕਿ ਜੇ ਹਾਦਸੇ ਵੀ ਘਟਣ। ਤੇ ਦੂਸਰੇ ਪਾਸੇ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੀ ਸੀਟ ਤੇ ਬਾਈ ਸੀਟ ਬੈਲਟ ਲਾਉਣੀ ਸ਼ੁਰੂ ਕਰ ਦਿਓ। ਸਾਡੇ ਤਾਂ ਇੱਥੇ ਉਹ ਸੀਟਾਂ ਦੇ ਕਵਰ ਚੜਾਉਣ ਲੱਗੇ ਵਿੱਚੇ ਵੜ ਦਿੰਦੇ ਨੇ ਉਹਨਾਂ ਨੂੰ, ਪਿਛਲੀਆਂ ਸੀਟਾਂ ਵਾਲਿਆਂ ਨੂੰ ਤਾਂ ਕਵਰੇ ਕਰਾ ਦਿੰਦੇ ਨੇ ਲੋਕ, ਹੁੰਦੀਆਂ ਹੀ ਨਹੀਂ ਸੀਟ ਬੈਲਟ ਲੱਭਦੀਆਂ ਹੀ ਨਹੀਂ ਗੀਆਂ। ਪਰ ਹੁਣ ਲੋਕਾਂ ਨੂੰ ਸੀਟਾਂ ਪੜਾਉਣੀਆਂ ਵੀ ਪੈ ਜਾਣੀਆਂ ਤੇ ਸੀਟਾਂ ਲਾਉਣੀਆਂ ਪੈ ਜਾਣੀਆਂ, ਕਿਉਂਕਿ ਜਿਸ ਢੰਗ ਨਾਲ ਕੈਮਰਾ ਸਿਸਟਮ ਸਾਡੇ ਦੇਸ਼ 'ਚ ਵਧਿਆ, ਚਲਾਨ ਘਰੇ ਆਉਣ ਲੱਗੇ ਨੇ। ਸੋ ਉਸ ਤੋਂ ਬਾਅਦ ਹੁਣ ਇਹ ਲੱਗਦਾ ਲੋਕਾਂ ਨੂੰ ਇਸ ਗੱਲ ਵੱਲ ਚੇਤਨ, ਪਰ ਇਹ ਤੁਹਾਡੀ ਜਾਨ ਲਈ ਹੈ, ਆਪਣੀ ਰੱਖਿਆ ਲਈ ਹੈ। ਸੋ ਇਹ ਚੰਗਾ ਫੈਸਲਾ ਲੱਗਦਾ ਇਸ ਮਸਲੇ ਤੇ। ਹਾਂਜੀ ਬਿਲਕੁਲ, ਆਵਾਜਾਈ ਦੇ ਜਿਹੜੇ ਨਿਯਮ ਬਣੇ ਨੇ, ਰੂਲ ਬਣੇ ਨੇ, ਉਹ ਠੀਕ ਆ, ਉਹਨਾਂ ਦਾ ਮਾਲੀਆ ਇਕੱਠਾ ਕਰਨ ਵਾਲਾ ਇੱਕ ਮੰਤਵ ਹੁੰਦਾ ਹੈ, ਪਰ ਉਹਦਾ ਮੰਤਵ ਲੋਕਾਂ ਦੀ ਜਾਨ ਬਚਾਉਣਾ ਵੀ ਹੁੰਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜੁਰਮਾਨਾ ਨਾ ਹੋਵੇ, ਉਹਨਾਂ ਰੂਲਾਂ ਨੂੰ ਫੋਲੋ ਕਰ ਲਓ ਬਸ, ਜਿਹੜੇ ਬਣਾਏ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ। ਖਬਰਾਂ ਇਹ ਨੇ, ਚਰਚਾਵਾਂ ਇਹ ਨੇ ਕਿ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਪਾਲਿਸੀ ਲਿਆਂਦੀ ਜਾ ਰਹੀ ਹੈ, ਤੇ ਨਾਲ ਹੀ ਚਰਚਾਵਾਂ ਇਹ ਵੀ ਹੈ ਕਿ ਸਿੰਗਲ ਵਿੰਡੋ ਸਕੀਮ ਵਾਲਾ ਸ਼ਗੂਫਾ ਫਿਰ ਛੱਡਿਆ ਜਾ ਸਕਦਾ। ਪ੍ਰਵੀਨ ਜੀ, ਰਹਿੰਦੀ ਦੁਨੀਆ ਤੋਂ ਆਪਾਂ ਸੁਣਦੇ ਆ ਰਹੇ ਹਾਂ, ਜਦ ਤੋਂ ਪੰਜਾਬ 'ਚ ਆਜ਼ਾਦੀ ਤੋਂ ਬਾਅਦ ਸਰਕਾਰਾਂ ਬਣੀਆਂ ਨੇ ਕਿ ਜੀ NRIs ਲਈ ਸਿੰਗਲ ਵਿੰਡੋ ਸਿਸਟਮ, ਇੰਡਸਟਰੀ ਲਈ ਸਿੰਗਲ ਵਿੰਡੋ ਸਿਸਟਮ, ਦੁਕਾਨਦਾਰ ਵਪਾਰੀ ਵਰਗ ਲਈ ਹੁਣ ਸਿੰਗਲ ਵਿੰਡੋ ਸਿਸਟਮ, ਦਫ਼ਤਰ ਜਾਓ ਇੱਕੋ ਖਿੜਕੀ 'ਚੋਂ ਸਾਰਾ ਕੰਮ, ਪਰ ਅੱਜ ਤੱਕ ਹੋਇਆ ਨਹੀਂ। ਸੋ ਹੁਣ ਇਹ ਨਵੀਂ ਸਰਕਾਰ 1 ਅਕਤੂਬਰ ਤੋਂ ਨਵੀਂ ਇੰਡਸਟਰੀ ਪਾਲਿਸੀ ਲਿਆ ਰਹੀ ਆ। ਅਸਲ 'ਚ ਜਿਹੜੀ ਪੁਰਾਣੀ ਪਾਲਿਸੀ ਸੀਗੀ 2017 ਤੋਂ ਲੈ ਕੇ 2022 ਤੱਕ, ਉਹਦਾ ਸਤੰਬਰ ਦੇ ਵਿੱਚ ਸਮਾਂ ਪੂਰਾ ਹੋ ਜਾਣਾ। ਸੋ 30 ਸਤੰਬਰ ਨੂੰ 31 ਸਤੰਬਰ ਨੂੰ ਉਹਦਾ ਮਤਲਬ ਸਮਾਂ ਪੂਰਾ ਹੋ ਜਾਣਾ, 30 ਸਤੰਬਰ 2022 ਨੂੰ। ਤੋਂ ਇਸ ਲਈ 1 ਅਕਤੂਬਰ ਤੋਂ ਨਵੀਂ ਪਾਲਿਸੀ ਲਿਆਉਣ ਦੀ ਤਜਵੀਜ਼ ਆ। ਉਸ ਨੂੰ ਲੈ ਕੇ ਹਰਪਾਲ ਚੀਮਾ ਹੋਰੀ, ਇੰਡਸਟਰੀ ਵਿਭਾਗ ਦੇ ਮੰਤਰੀ, ਮੁੱਖ ਮੰਤਰੀ ਭਗਵੰਤ ਮਾਨ ਹੋਰੀ, ਸਾਰੇ ਕਹਿੰਦੇ ਕਿ ਅਸੀਂ ਇਸ ਤੇ ਕੰਮ ਕਰ ਰਹੇ ਹਾਂ ਤਾਂ ਕਿ ਹੁਣ ਵਪਾਰੀਆਂ ਨੂੰ ਮੁਸ਼ਕਲ ਨਾ ਆਵੇ, ਕਿਉਂਕਿ ਇੰਡਸਟਰੀ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਵਿੱਚ ਵੀ ਚੰਗਾ ਖਾਪਾ ਪੂਰਾ ਕਰਦੀ ਹੈ। ਸਾਡਾ ਜਿਹੜਾ ਬੇਰੁਜ਼ਗਾਰੀ ਦਰਾਂ ਨੂੰ ਘਟਾਉਣ 'ਚ ਵੀ ਯੋਗਦਾਨ ਪਾਉਂਦੀ ਹੈ। ਜਦੋਂ ਕਿ ਮੈਂ ਦੇਖ ਰਿਹਾ ਸੀਗਾ, ਕੁਝ ਅੰਕੜੇ ਮੇਰੇ ਕੋਲ ਸੀਗੇ ਕਿ ਜਿਹੜੀ GDP ਆ ਉਹ 'ਚ ਸਰਵਿਸ ਸੈਕਟਰ ਦਾ ਯੋਗਦਾਨ ਸਭ ਤੋਂ ਵੱਧ ਹੈ। GDP ਦੇ ਵਿੱਚ 47% ਮਤਲਬ ਕਿ GDP ਦੇ ਵਿੱਚ ਸਾਡਾ ਸਰਵਿਸ ਸੈਕਟਰ ਦਾ ਯੋਗਦਾਨ ਹੈ, ਜਦੋਂ ਕਿ ਐਗਰੀਕਲਚਰ ਦਾ 29% ਹੈ ਤੇ 24% GDP 'ਚ ਸਭ ਤੋਂ ਘੱਟ ਪੰਜਾਬ ਦੇ ਵਿੱਚ ਜੇਕਰ ਕਿਸੇ ਦਾ ਯੋਗਦਾਨ ਹੈ ਤਾਂ ਇੰਡਸਟਰੀ ਦਾ। ਪਰ ਰੁਜ਼ਗਾਰ ਦੇ ਮਾਮਲੇ 'ਚੋਂ ਇਹਨਾਂ ਤੋਂ ਅੱਗੇ ਹੈ। ਰੁਜ਼ਗਾਰ ਦੇ ਮਾਮਲੇ ਦੇ ਵਿੱਚ ਇੰਡਸਟਰੀ ਦਾ 32% ਯੋਗਦਾਨ ਹੈ ਜੀ। ਸੋ ਇਸ ਮਾਮਲੇ 'ਚ ਉਹਨਾਂ ਨੂੰ ਅੱਗੇ, ਬੇਸ਼ੱਕ ਸਰਵਿਸ ਸੈਕਟਰ ਦਾ 42% ਆਉਂਦਾ, ਪਰ GDP ਦੇ ਮਾਮਲੇ 'ਚੋਂ ਘਟ ਜਾਂਦਾ ਉਹਦੇ ਨਾਲ। ਸੋ ਇਸ ਲਈ ਉੱਥੇ ਉਹ 24% ਰਹਿ ਕੇ GDP 'ਚ ਯੋਗਦਾਨ ਪਾ ਰਹੀ ਹੈ ਸਾਡੀ ਇੰਡਸਟਰੀ, ਪਰ ਰੁਜ਼ਗਾਰ ਦੇ ਵਿੱਚ 32% ਪਾਉਂਦੀ ਹੈ। ਇਸ ਲਈ ਇੱਥੋਂ ਟੈਕਸ ਵੀ ਵੱਧ ਆਉਂਦਾ, ਸਰਕਾਰ ਨੂੰ ਰੁਜ਼ਗਾਰ ਵੀ ਵੱਧ ਮਿਲਦਾ। ਸੋ ਸਰਕਾਰ ਹੁਣ ਉਸ ਹਵਾਲੇ ਨਾਲ ਟੈਕਨੋਲੋਜੀ ਵਾਲਾ, ਨਵੀਂ ਤਕਨੀਕ ਵਾਲਾ, ਚਾਹੇ ਉਹ ਫੂਡ ਵਾਲਾ, ਸੋ ਉਹਨਾਂ ਤਰ੍ਹਾਂ ਦੇ ਰੁਜ਼ਗਾਰ ਜਿਹੜਾ ਪੰਜਾਬ ਨੂੰ ਸੂਟ ਕਰਦਾ। ਸਾਡੇ ਇੱਥੇ ਟਰੈਕਟਰ ਇੰਡਸਟਰੀ, ਮਸ਼ੀਨਰੀ ਇੰਡਸਟਰੀ, ਉਹ ਖੇਤੀਬਾੜੀ ਦੇ ਸੰਦਾਂ ਦੀ ਇੰਡਸਟਰੀ, ਫਿਰ ਸਾਡੇ ਫਲ ਫਰੂਟ ਵਾਲਾ, ਉਹ ਫੂਡ ਵਾਲੀ ਇੰਡਸਟਰੀ, ਉਸ ਹਵਾਲੇ ਨਾਲ ਉਸ ਨੂੰ ਵਧਾਉਣ ਦੇ ਲਈ ਪੰਜਾਬ ਸਰਕਾਰ ਇੱਕ ਯੋਜਨਾ ਦੇ ਉੱਤੇ ਕੰਮ ਕਰ ਰਹੀ ਹੈ ਕਿ 1 ਅਕਤੂਬਰ ਤੋਂ ਜਿਹੜੀ ਪਾਲਿਸੀ ਲੈ ਕੇ ਆਈ ਹੈ ਉਹ 'ਚ ਲੋਕਾਂ ਨੂੰ ਦਿੱਕਤ ਨਾ ਆਵੇ, ਇੱਕੋ ਵਿੰਡੋ ਤੋਂ, ਸਿੰਗਲ ਵਿੰਡੋ ਤੋਂ ਉਹਨਾਂ ਨੂੰ ਸਾਰੀ ਮਨਜ਼ੂਰੀ ਮਿਲ ਜਾਵੇ ਜੇਕਰ ਇਸ ਨੂੰ ਅਮਲੀ ਜਾਮਾ ਪਹਿਨਾ ਲੈਂਦੇ ਨੇ। ਔਰ ਇਹਦੇ ਵਿੱਚ ਜਿਹੜੀ ਇੱਕ ਖਾਸ ਤਜਵੀਜ਼ ਰੱਖੀ ਜਾ ਰਹੀ ਹੈ ਉਹ ਇਹ ਹੈ ਕਿ ਭਾਈ ਹੁਣ ਇਹ ਸ਼ਰਤ ਨਹੀਂ ਹੋਊਗੀ ਕਿ ਜੀ ਇੰਨੀ ਜ਼ਮੀਨ ਚਾਹੀਦੀ ਹੈ। ਉਹਦੇ ਵਿੱਚ ਜਿਹੜੀ ਇੰਡਸਟਰੀ ਜਿੰਨੇ 'ਚ ਕੰਮ ਕਰ ਸਕਦੀ ਹੈ, ਉਹ ਘੱਟ ਵਾਲੀ ਜ਼ਮੀਨ ਵੀ, ਛੋਟੀ ਜ਼ਮੀਨ ਵੀ, ਛੋਟਾ ਪਲਾਟ ਵੀ ਲੈ ਕੇ ਉੱਥੇ ਕੰਮ ਸ਼ੁਰੂ ਕਰ ਸਕਦੀ ਹੈ। ਇਹ ਤਜਵੀਜ਼ ਤੇ ਵੀ ਕੰਮ ਕਰ ਰਹੀ ਹੈ। ਸੋ ਜੇਕਰ ਅਜਿਹਾ ਮਤਲਬ ਕਿ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਤਾਂ ਪੰਜਾਬ ਦੀ ਇੰਡਸਟਰੀ ਲਈ ਵੀ ਸਾਹ ਹੋਊਗਾ, ਪੰਜਾਬ ਦੇ ਖਜ਼ਾਨੇ ਲਈ ਵੀ ਸਾਹ ਹੋਊਗਾ, ਔਰ ਪੰਜਾਬ ਦੀ ਨੌਜਵਾਨੀ ਨੂੰ ਰੁਜ਼ਗਾਰ ਮਿਲਣ ਦੀ ਵੀ ਆਸ ਹੈ। ਪਰ ਉਹਦੇ ਵਿੱਚ ਪੰਜਾਬ ਨੂੰ ਪਹਿਲ ਜ਼ਰੂਰ ਮਿਲੇ। ਇਹ ਨਾ ਹੋਵੇ ਕਿ ਫਿਰ ਤਕਨੀਕੀ ਮਾਹਿਰਾਂ ਦੇ ਨਾਲ ਦੇ ਉੱਤੇ ਬਾਹਰਲੇ ਬੰਦੇ, ਆਪਣੇ ਬੰਦੇ ਭਰਤੀ ਕਰਨ ਦੀ ਸਕੀਮਾਂ ਚੱਲੀ ਜਾਣ ਤੇ ਪੰਜਾਬ ਫਿਰ ਹੈ ਜੀ ਉੱਥੇ ਐਡਵੋਕੇਟ ਜਨਰਲ ਤੱਕ ਦੇ ਨਾਲ ਟੀਮ ਲਾਉਣ ਲਈ ਤੁਸੀਂ ਦਿੱਲੀ, ਹਰਿਆਣਾ ਤੇ ਹਿਮਾਚਲ ਭਰ ਲਿਆ। ਸੋ ਇੱਥੇ ਫਿਰ ਇੰਡਸਟਰੀ ਹੈ ਭਾਈ। ਸੋ ਇਸ ਲਈ ਕੁਝ ਵੀ ਹੋ ਸਕਦਾ, ਪਰ ਇਹ ਸ਼ਗੂਫਾ ਹੀ ਨਾ ਬਣ ਕੇ ਰਹਿ ਜਾਵੇ। ਪਹਿਲੇ ਵਾਂਗ ਸਿੰਗਲ ਵਿੰਡੋ ਕੰਮ ਵੀ ਹੋਵੇ। ਜੀ।
ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਬਹੁਤ ਸ਼ੁਕਰੀਆ ਪ੍ਰਵੀਨ। ਜੀ, ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ SYL ਦੇ ਮਸਲੇ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਪ੍ਰੀਖਿਆ ਦੀ ਘੜੀ ਆ ਉੱਥੋਂ ਲੈ ਕੇ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਪਾਲਿਸੀ ਬਾਰੇ, ਸਿੰਗਲ ਵਿੰਡੋ ਸਕੀਮ ਦੇ ਸ਼ਗੂਫਿਆਂ ਬਾਰੇ ਜਿਹੜੀਆਂ ਚਰਚਾਵਾਂ ਨੇ ਉਸ ਤੱਕ ਆਪਾਂ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦੀ ਇਜਾਜ਼ਤ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।